ਗਿਆਨ ਅੰਜਨ ਗੁਰ ਦਿਆ ਗਿਆਨ ਅੰਧੇਰ ਬਿਨਾ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾ ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾ ਪੁਨ ਦਵਾਦਸ ਗੁਰਿੰਦ ਕੋ ਮੇਰੀ ਹੈ ਪ੍ਰਣਾਮ। ਆਸ ਸਿਰੀ ਪ੍ਰਭ ਨੇ ਤਪ ਬੋਠਾਨਾ ਜਹ ਤੈ ਪਰਸਿਓ ਸੁਜਾਸ ਮਹਾਨਾ ਦੇਸ਼ ਬਦੀਸ਼ਨ ਘਰ ਘਰ ਮਾਹੀ ਸ੍ਰੀ ਨਾਨਕ ਪ੍ਰਾਹੀ। ਪਰਮ ਸਤਿਕਾਰਯੋਗ ਹਾਜ਼ਰੀਨ ਸਾਧ ਸੰਗਤ ਜੀ, ਇਸ ਪਾਵਨ ਪਵਿੱਤਰ ਸੱਚਖੰਡ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਦਾਸ ਦੀ ਹਾਜ਼ਰੀ ਪ੍ਰਵਾਨ ਕਰਨ ਦੇ ਵਾਸਤੇ ਸਭ ਮਾਈ ਭਾਈ ਪ੍ਰੇਮ ਸਤਿਕਾਰ ਨਾਲ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ। ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਪਾਤਸ਼ਾਹ। ਆਪ ਵਡਭਾਗੇ ਹੋ ਜੋ ਕਿ ਦੂਰ ਨੇੜੇ ਤੋਂ ਆਪਣੇ ਸਾਰੇ ਦੁਨਿਆਵੀ ਕਾਰੋਬਾਰ ਦੇ ਕੰਮਾਂ ਦਾ ਤਿਆਗ ਕਰਦੇ ਹੋਏ ਗੁਰਸਿੱਖੀ ਜੀਵਨ ਦਾ ਪ੍ਰੇਮ ਤੇ ਪਿਆਰ ਦਾ ਸਬੂਤ ਦਿੰਦੇ ਹੋਏ ਇਸ ਸਮੇਂ ਨੂੰ, ਇਹਨਾਂ ਸਵਾਸਾਂ ਨੂੰ, ਇਸ ਸੰਸਾਰਿਕ ਜੀਵਨ ਯਾਤਰਾ ਨੂੰ, ਇਹਨਾਂ ਕਲਯੁਗ ਦੀਆਂ ਘੋਰ ਭਿਆਨਕ ਘੜੀਆਂ ਨੂੰ ਸਫਲ ਕਰਨ ਦੇ ਵਾਸਤੇ ਸਾਧ ਸੰਗਤ ਦੇ ਰੂਪ ਚ ਬੈਠ ਕੇ ਸਾਧ ਸੰਗਤ ਦੇ ਦਰਸ਼ਨ, ਨਾਮ ਸਿਮਰਨ ਦੀ ਪ੍ਰਾਪਤੀ, ਸਤਿਗੁਰੂ ਜੀ ਦੇ ਹੁਕਮ ਦੇ ਅਨੁਸਾਰ ਇਹਨਾਂ ਮਨੁੱਖੀ ਮਨਾਂ ਨੂੰ ਗਿਆਨ ਦੀ ਪ੍ਰਾਪਤੀ ਕਰਕੇ ਸਫਲ ਹੋਣ ਦੇ ਵਾਸਤੇ ਗੁਰਬਾਣੀ, ਗੁਰੂ ਉਪਦੇਸ਼, ਗੁਰ ਇਤਿਹਾਸ ਤੇ ਵਿਚਾਰ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਆਪ ਲੜੀਵਾਰ ਗੁਰਬੰਸਾਵਲੀ ਸਤਿਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ ਤੱਕ ਆਪ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਸਰਵਣ ਕਰ ਚੁੱਕੇ ਹੋ, ਜੋ ਕਿ ਸੂਰਜ ਬੰਸ ਚੱਲੀ ਆ ਰਹੀ ਹੈ ਸਾਧ ਸੰਗਤ 'ਚ। ਦਸਮੇਸ਼ ਪਾਤਸ਼ਾਹ ਜੀ ਦੇ ਮਹਾਵਾਕਾਂ ਦੇ ਅਨੁਸਾਰ ਤਿੰਨ ਬੇਦੀਆਂ ਕੀ ਕੁਲ ਬਿਖੈ ਪ੍ਰਗਟੇ ਨਾਨਕ ਰਾਏ ਸਭ ਸਿੱਖਣ ਕੋ ਸੁਖ ਦਿਓ ਜਹਾਂ ਤਹਾਂ ਭੈ ਸਹਾਇ। ਬੇਦੀਆਂ ਦੀ ਕੁਲ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਭਾਗ ਲਾਇਆ ਸਾਧ ਸੰਗਤ 'ਚ। ਕੁੱਲ ਪੂਜਨੀਕ ਬਣਾਤੀ ਗੁਰੂ ਦੇ ਪਿਆਰਿਓ। ਕਹਿੰਦੇ ਨੇ ਸਭ ਸਿੱਖਣ ਕੋ ਸੁਖ ਦਿਓ, ਭਾਵੇਂ ਕੋਈ ਦੇਸ਼ ਦੇ ਵਿੱਚ ਸੀ ਤੇ ਭਾਵੇਂ ਕੋਈ ਵਿਦੇਸ਼ ਦੇ ਵਿੱਚ ਸੀ, ਭਾਵੇਂ ਕੋਈ ਦੂਰ ਸੀ ਤੇ ਭਾਵੇਂ ਕੋਈ ਨੇੜ ਸੀ, ਸੱਚੇ ਪਾਤਸ਼ਾਹ ਆਪ ਉਹਦੇ ਪਾਸ ਜਾ ਕੇ ਉਹਨੂੰ ਧਰਮ ਦੇ ਨਾਲ, ਨਾਮ ਦੇ ਨਾਲ, ਗੁਰਬਾਣੀ ਦੇ ਨਾਲ, ਸਤਿਗੁਰੂ ਨਾਲ ਜੋੜਨ ਦਾ ਯਤਨ ਕੀਤਾ ਸਾਧ ਸੰਗਤ 'ਚ। ਕਿਉਂਕਿ ਦੋ ਪ੍ਰਕਾਰ ਦੇ ਤੀਰਥ ਨੇ ਸਾਧ ਸੰਗਤ 'ਚ, ਇੱਕ ਹਨ ਅਸਥਾਵਰ ਤੀਰਥ, ਇੱਕ ਹਨ ਜੰਗਮ ਤੀਰਥ। ਗੁਰੂ ਦੇ ਪਿਆਰਿਓ, ਅਸਥਾਵਰ ਤੀਰਥ ਜਿਨ੍ਹਾਂ ਦਾ ਦਰਸ਼ਨ ਕਰਨ ਦੇ ਵਾਸਤੇ ਸਾਨੂੰ ਆਪਣੇ ਘਰਾਂ ਤੋਂ ਮੁਸਾਫਰੀ ਦੇ ਕਸ਼ਟ ਝੱਲਣੇ ਪੈਂਦੇ ਨੇ, ਧਨ ਖਰਚਣਾ ਪੈਂਦਾ ਹੈ, ਆਪਣੇ ਪਰਿਵਾਰ ਤੋਂ ਵਿਛੜਨਾ ਪੈਂਦਾ ਹੈ, ਦੁਨਿਆਵੀ ਕਾਰੋਬਾਰ ਛੱਡਣੇ ਪੈਂਦੇ ਨੇ ਸਾਧ ਸੰਗਤ 'ਚ। ਉਹਨਾਂ ਤੀਰਥਾਂ ਦਾ ਦਰਸ਼ਨ ਕਰਨ ਦੇ ਵਾਸਤੇ ਉਹਨੂੰ ਅਸਥਾਵਰ ਕਹਿੰਦੇ ਨੇ। ਸ੍ਰੀ ਭੈਣੀ ਸਾਹਿਬ, ਸ੍ਰੀ ਅੰਮ੍ਰਿਤਸਰ, ਹਜ਼ੂਰ ਸਾਹਿਬ, ਭਾ ਪਟਨਾ ਸਾਹਿਬ, ਹਰਿਦੁਆਰ, ਇਹ ਅਸਥਾਵਰ ਤੀਰਥ ਨੇ ਸਾਧ ਸੰਗਤ 'ਚ। ਇਹ ਚੱਲ ਤੁਰ ਫਿਰ ਨਹੀਂ ਸਕਦੇ। ਇੱਕ ਹਨ ਜੰਗਮ ਤੀਰਥ, ਚਰਨਾਂ ਵਾਲੇ, ਲੱਤਾਂ ਵਾਲੇ, ਤੁਰਨ ਫਿਰਨ ਵਾਲੇ ਤੀਰਥ ਸਾਧ ਸੰਗਤ 'ਚ। ਸਤਿਗੁਰੂ ਸੱਚੇ ਪਾਤਸ਼ਾਹ, ਸਾਧੂ ਸੰਤ ਮਹਾਤਮਾ ਸਾਧ ਸੰਗਤ 'ਚ ਇਹ ਜੰਗਮ ਤੀਰਥ ਨੇ ਗੁਰੂ ਦੇ ਪਿਆਰੇ। ਤੁਹਾਨੂੰ ਤੁਹਾਡਾ ਕੁਛ ਨਹੀਂ ਲੱਗਦਾ, ਉਹ ਆਪ ਜਾ ਕੇ ਜੀਆਂ ਦਾ ਉਧਾਰ ਕਰਦੇ ਨੇ ਸਾਧ ਸੰਗਤ 'ਚ। ਦਸਮੇਸ਼ ਪਾਤਸ਼ਾਹ ਕਹਿੰਦੇ ਨੇ ਸਭ ਸਿੱਖਣ ਕੋ ਸੁਖ ਦਿਓ ਜਹਾਂ ਤਹਾਂ ਪਏ ਸਹਾਏ।
ਗੁਰੂ ਨਾਨਕ ਸੱਚੇ ਪਾਤਸ਼ਾਹ ਕਲਯੁਗ ਦੇ ਰਹਿ ਬਰਾਏ, ਸਾਰੇ ਸੰਸਾਰ ਤੇ ਨਿਗਾਹ ਮਾਰੀ, 4 ਉਦਾਸੀਆਂ ਬਣਾਈਆਂ ਸਾਧ ਸੰਗਤ ਜੀ, 4 ਉਦਾਸੀਆਂ ਬਣਾਈਆਂ। ਭਾਵ ਪਹਿਲੀ ਉਦਾਸੀ 12 ਸਾਲ ਦੀ ਸੀ, ਦੂਸਰੀ ਉਦਾਸੀ 4 ਸਾਲ ਦੀ ਸੀ, ਤੀਸਰੀ ਉਦਾਸੀ 4 ਸਾਲ ਦੀ ਸੀ, ਤੇ ਚੌਥੀ ਉਦਾਸੀ 424 ਸਾਲ ਦੀਆਂ 4 ਉਦਾਸੀਆਂ ਬਣਾਈਆਂ। ਬਣਾਈਆਂ ਕਦੋਂ? ਭਾਈਆ ਜੈ ਰਾਮ ਜੀ ਤੇ ਬੇਬੇ ਨਾਨਕੀ ਸਾਧ ਸੰਗਤ ਚ ਸੁਲਤਾਨਪੁਰ ਤੋਂ ਤਲਵੰਡੀ ਪਹੁੰਚ ਗਏ। ਜਦੋਂ ਜਾ ਕੇ ਸਾਰੇ ਪਰਿਵਾਰ ਦੀ ਦਸ਼ਾ ਵੇਖੀ ਤੇ ਬੜੀ ਨਾਜ਼ੁਕ ਜਿਹੀ। ਨੈਣਨ ਦੇਤ ਬਤਾਏ, ਹਿਤ ਅਨਹਿਤ ਕੋ ਹੇਤ, ਜੈਸੇ ਨਿਰਮਲ ਆਰਸੀ ਭਲੀ ਬੁਰੀ ਕਹਿ ਦੇਤ। ਇਹ ਜਿਹੜੇ ਨੈਣ ਨੇ ਨਾ, ਇਹ ਸ਼ੀਸ਼ੇ ਦਾ ਕੰਮ ਕਰਦੇ ਨੇ ਸਾਧ ਸੰਗਤ ਚ। ਜਦੋਂ ਇਹਨਾਂ ਦੇ ਵਿੱਚ ਅਗਲੇ ਦਾ ਪ੍ਰਤੀਬਿੰਬ ਆਉਂਦਾ ਹੈ ਨਾ, ਤੇ ਪਤਾ ਲੱਗ ਜਾਂਦਾ ਵੀ ਮੇਰੇ ਵਾਸਤੇ ਤਾਂ ਕੋਈ ਪਿਆਰ ਹੈ ਕਿ ਪ੍ਰੇਮ ਹੈ ਕਿ ਈਰਖਾ ਕਿ ਦੁਬਦਾ। ਸਾਧ ਸੰਗਤ ਚ ਸਿਆਣੇ ਬੰਦੇ ਵੇਖ ਲੈਂਦੇ ਨੇ ਗੁਰੂ ਦੇ ਪਿਆਰੇ ਵੀ ਮੇਰੇ ਵਾਸਤੇ ਸਤਿਕਾਰ ਹੈ ਕਿ ਨਹੀਂ ਇਹਦੀ ਅੱਖਾਂ ਦੇ ਵਿੱਚ, ਇਹਦੇ ਹਿਰਦੇ ਦੇ ਵਿੱਚ। ਜਦੋਂ ਭਾਈਆ ਜੈ ਰਾਮ ਜੀ ਤੇ ਬੇਬੇ ਨਾਨਕ ਜੀ ਨੇ ਵੇਖਿਆ ਤੇ ਕਹਿੰਦੇ ਨੇ, ਪਿਤਾ ਜੀ ਤੁਸੀਂ ਬੜੇ ਉਦਾਸ ਹੋ, ਕੋਈ ਨੁਕਸਾਨ ਹੋਇਆ? ਕੀ ਕਾਰਨ ਹੈ? ਚੁੱਪ। ਦੂਜੀ ਵਾਰ ਫੇਰ ਆਖਿਆ, ਕਹਿੰਦੇ ਨੇ ਨਾਨਕੀ ਪੁੱਛਣਾ ਕੁਛ, ਮੈਂ ਬਹੁਤ ਦੁਖੀ ਹਾਂ। ਕਿਉਂ ਪਿਤਾ ਜੀ? ਦੁਖੀ ਮੈਂ ਇਸ ਵਾਸਤੇ, ਮੇਰੇ ਘਰ ਨਾਨਕ ਜੰਮਦਾ ਨਾ। ਸਾਧ ਸੰਗਤ ਜੀ, ਓਹ ਮੇਰੇ ਘਰ ਜੰਮਦਾ ਨਾ ਹੈ। ਲੋਕ ਸ਼ਰੀਕ ਮੈਨੂੰ ਮਿਹਣੇ ਤਾਨੇ ਮਾਰਦੇ ਨੇ, ਫਲਾਣੇ ਦਾ ਪੁੱਤਰ ਪਾਗਲ, ਸ਼ਦਾਈ, ਕਮਲਾ, ਨਖੱਟੂ। ਬਰਦਾਸ਼ਤ ਕਰ ਸਕਦੇ ਹੋ ਸਾਧ ਸੰਗਤ ਜੀ? ਇਸ ਵਾਸਤੇ ਪੁੱਤ ਮੈਂ ਬਹੁਤ ਤੰਗ ਹਾਂ। ਇਹਨੂੰ ਬੜਾ ਸਮਝਾਉਣਾ, ਬੜਾ ਆਖਣਾ, ਤੈਨੂੰ ਜਿਸ ਚੀਜ਼ ਦੀ ਲੋੜ ਹੈ ਨਾ ਮੈਨੂੰ ਦੱਸ, ਉਹ ਮੈਂ ਤੇਰੀ ਲੋੜ ਪੂਰੀ ਕਰਨਾ। ਮੈਂ ਕਿਸੇ ਗਿਣਤੀ ਦੇ ਵਿੱਚ ਹਾਂ, ਬੰਦਿਆਂ ਦੇ ਵਿੱਚ ਹਾਂ ਮੈਂ। ਇਹ ਪਰਵਾਹ ਹੀ ਨਹੀਂ ਕਰਦਾ, ਪਰਵਾਹ ਹੀ ਨਹੀਂ ਕਰਦਾ। ਭੈਣ ਕਹਿੰਦੀ ਹੈ, ਭਾਵ ਇੱਥੇ ਬੜੇ ਸਵਾਲ ਤੇ ਜਵਾਬ ਲਿਖੇ ਨੇ ਸਾਧ ਸੰਗਤ ਜੀ। ਭੈਣ ਕਹਿੰਦੀ, ਪਿਤਾ ਜੀ ਫਿਰ ਇਸ ਤਰ੍ਹਾਂ ਕਰੋ, ਜੇ ਤੁਹਾਡੀ ਨਹੀਂ ਨਾ ਗੱਲ ਮੰਨਦਾ ਤੈਨੂੰ ਮੇਰੇ ਨਾਲ ਭੇਜ ਦਿਓ, ਮੈਂ ਜਾ ਕੇ ਸਮਝਾਵਾਂਗੀ। ਕਹਿੰਦਾ ਬੜਾ ਚੰਗਾ, ਲੈ ਜਾ ਇਹਨੂੰ, ਲੈ ਜਾ, ਲੈ ਜਾ। ਭੈਣ ਨਾਨਕੀ ਤੇ ਭਾਈਆ ਜੈ ਰਾਮ ਜੀ ਲੈ ਕੇ ਸੁਲਤਾਨਪੁਰ ਆ ਗਏ ਸਾਧ ਸੰਗਤ ਜੀ। ਸੁਲਤਾਨਪੁਰ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ। ਜਿਵੇਂ ਤੁਸੀਂ ਪੜ੍ਹਦੇ ਹੋ ਨਾ, ਪਾਏ ਕੈ ਹੁਕਮ ਪਰਮੇਸ਼ ਕਾ ਵਿਸ਼ੇਸ਼ ਪਰ ਰਾਮ ਮਰਗੇਸ਼ ਉਪਦੇਸ਼ ਦੇਣ ਲੱਗ ਗਏ ਹੋ ਸਾਧ ਸੰਗਤ ਜੀ। ਜਦੋਂ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਫੌਜ ਦੀ ਨੌਕਰੀ ਕਰਦੇ ਕਰਦੇ, ਜੀਆਂ ਦਾ ਉਧਾਰ ਕਰਦੇ ਕਰਦੇ ਮਨ ਦੀ ਅਵਸਥਾ ਦੇ ਅਨੁਸਾਰ ਸ੍ਰੀ ਭੈਣੀ ਸਾਹਿਬ ਪਹੁੰਚ ਗਏ। ਅਕਾਲ ਬੂੰਗੇ ਦੇ ਅਸਥਾਨ ਤੇ 20 ਸਾਲ ਲਗਾਤਾਰ ਤਪ ਕੀਤਾ ਸਾਧ ਸੰਗਤ ਜੀ। ਗੁਰੂ ਤੇਗ ਬਹਾਦਰ ਨੇ ਬਾਬੇ ਬਕਾਲੇ ਲਗਾਤਾਰ 20 ਸਾਲ ਤਪ ਕੀਤਾ ਸਾਧ ਸੰਗਤ ਜੀ। ਜਦੋਂ ਤੁਸੀਂ ਇਤਿਹਾਸ ਪੜ੍ਹੋਗੇ ਗੁਰੂ ਦੇ ਪਿਆਰੇ, ਕਹਿੰਦੇ ਨੇ ਪਾਏ ਕੈ ਹੁਕਮ ਪਰਮੇਸ਼ ਕਾ ਵਿਸ਼ੇਸ਼। ਫਿਰ ਉਸ ਅਕਾਲ ਪੁਰਖ ਦਾ ਹੁਕਮ ਹੋਇਆ, ਤੁਹਾਨੂੰ ਅੰਦਰ ਬੈਠਣ ਵਾਸਤੇ ਨਹੀਂ ਭੇਜਿਆ ਸਾਧ ਸੰਗਤ ਜੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਿਰ ਦੌਰੇ ਕਰਨੇ ਸ਼ੁਰੂ ਕਰਤੇ ਗੁਰੂ ਦੇ ਪਿਆਰੇ। ਗੁਰੂ ਨਾਨਕ ਦੀ ਸਿੱਖੀ ਦਾ, ਦਸਮੇਸ਼ ਪਾਤਸ਼ਾਹ ਦੀ ਮਰਿਆਦਾ ਦਾ ਪ੍ਰਚਾਰ ਕਰਨਾ ਸ਼ੁਰੂ ਕਰਤਾ। ਮੈਂ ਉਹ ਗੱਲ ਕਰਨਾ, ਪਰ ਹੁਕਮ ਆ ਗਿਆ ਗੁਰੂ ਨਾਨਕ ਨੂੰ ਸਾਧ ਸੰਗਤ ਜੀ। ਇਹ 4 ਉਦਾਸੀਆਂ ਬਣਾਈਆਂ। 4 ਉਦਾਸੀਆਂ ਬਣਾ ਕੇ ਅੱਜ ਪਹਿਲਾ ਉਪਦੇਸ਼ ਹੈ, ਪਹਿਲੇ ਦਿਨ ਦਾ ਗੁਰੂ ਨਾਨਕ ਨੇ ਸ਼ੁਰੂ ਕੀਤਾ ਸਾਧ ਸੰਗਤ ਜੀ। ਬਹੁਤ ਧਿਆਨ ਦਿਓ ਜੀ। ਅੱਜ ਸੰਸਾਰ ਦਾ ਉਧਾਰ ਕਰਨ ਦੇ ਵਾਸਤੇ, ਸੰਸਾਰ ਦੇ ਲੋਕਾਂ ਦਾ ਸੁਧਾਰ ਕਰਨ ਦੇ ਵਾਸਤੇ ਅੱਜ ਪਹਿਲਾ ਉਪਦੇਸ਼ ਹੈ ਜਿਹੜਾ ਮੈਂ ਤੁਹਾਡੇ ਚਰਨਾਂ 'ਚ ਰੱਖਣ ਲੱਗਾ। ਆਪ ਆਪਣੀ ਖੋਜ ਹੈ। ਭਾਈ ਬਾਲੇ ਤੇ ਮਰਦਾਨੇ ਨੂੰ ਆਪਣਾ ਸਾਥੀ ਬਣਾਇਆ ਸਾਧ ਸੰਗਤ ਜੀ। ਪਹਿਲੀ ਉਦਾਸੀ ਆਪਣੇ ਚਰਨਾਂ ਵਿੱਚ ਪਵੇ ਸਾਧ ਸੰਗਤ ਜੀ। ਗਲ ਵਿੱਚ ਖਪਣੀ, ਸਿਰ ਤੇ ਟੋਪੀ, ਹੱਥ ਵਿੱਚ ਮਾਲਾ ਸਾਧ ਸੰਗਤ ਜੀ। ਇੱਕ ਹੱਥ ਕਰਮੰਡਲ ਗੁਰੂ ਦੇ ਪਿਆਰੇ। ਆਹ ਪਹਿਰਾਵਾ ਸੀ ਪਹਿਲੀ ਉਦਾਸੀ ਦਾ ਗੁਰੂ ਦੇ ਪਿਆਰੇ। ਸਜਣੋ, ਜ਼ਰੂਰ ਸਤਿਗੁਰੂ ਰਾਮ ਸਿੰਘ ਨੇ ਬੜੀ ਕਿਰਪਾ ਕੀਤੀ ਸਾਧ ਸੰਗਤ ਜੀ। ਇਹ ਜਿਹੜੇ ਆਪਾਂ ਨੂੰ ਆਸਨ ਦੀ ਦਾਤ ਦਿੱਤੀ ਹੈ, ਪਵਿਆਂ ਦੀ ਦਾਤ ਦਿੱਤੀ ਹੈ, ਮਾਲਾ ਦੀ ਦਾਤ ਦਿੱਤੀ ਹੈ, ਇਹਨਾਂ 'ਚ ਰਾਜ ਨੇ ਕੋਈ ਸਾਧ ਸੰਗਤ ਜੀ। ਆਪਾਂ ਨੂੰ ਦੀ ਪਰਵਾਹ ਨਹੀਂ ਕਰਦੇ ਪਏ ਗੁਰੂ ਦੇ ਪਿਆਰੇ, ਇਹਨਾਂ 'ਚ ਰਾਜ ਨੇ। ਫਿਰ ਤੁਸੀਂ ਪੜ੍ਹਦੇ ਹੋ ਨਾ, ਕਹਿੰਦੇ ਨੇ ਸੁਖ ਰਾਜੇ ਹਰੀ ਚੰਦ ਕਰ ਨਾਰ ਸੋਤਾਰਾਂ ਲੋਚਨ ਰਾਣੀ, ਸਾਧ ਸੰਗਤ ਮਿਲ ਗਾਵ ਦੇ ਰਾਤੀ ਜਾਏ ਸੁਣੇ ਗੁਰਬਾਣੀ, ਹੋਰ ਤਾਂ ਰਾਜੀ ਉੱਠ ਕੇ ਪਿੱਛੇ ਚੱਲਿਆ ਤਰਲ ਜਵਾਨੀ, ਰਾਣੀ ਪਹੁੰਚੀ ਸੰਗਤੀ ਰਾਜੇ ਖੜੀ ਖੜਾਉਂ ਪੁਰ ਨਿਸ਼ਾਨੀ।
ਸਜਣੋ, ਇੱਕ ਰਾਜ ਮਹੱਲਾਂ 'ਚ ਹੁੰਦੀ ਹੋਈ, ਰਾਣੀ ਹੁੰਦੀ ਹੋਈ, ਫਕੀਰਾਂ ਦਾ ਲਿਬਾਸ ਵੇਚ ਕੇ ਧਾਰਨ ਕਰਨ ਜਾਂਦੀ ਸੀ ਸਾਧ ਸੰਗਤ 'ਚ। ਫਕੀਰਾਂ ਦਾ ਲਿਬਾਸ ਗੁਰੂ ਦੇ ਪਿਆਰਿਓ। ਅਸੀਂ ਤੇ ਠਾਠ ਬੱਠ ਲਾ ਕੇ ਆਉਂਦੇ ਹਾਂ ਨਾ ਸਾਧ ਸੰਗਤ ਦੇ ਵਿੱਚ। ਇਹ ਢੰਗ ਨਹੀਂ ਸੀ ਸਾਧ ਸੰਗਤ ਜੀ। ਮਨ ਤੇ ਸਾਡੇ ਅੱਗੇ ਬੜੇ ਖਰਾਬ ਨੇ, ਤੇ ਇੱਥੇ ਸਗੋਂ ਹੋਰ ਖਰਾਬ ਕਰਨ ਵਾਸਤੇ ਆਉਂਦੇ ਹਾਂ ਸਾਧ ਸੰਗਤ 'ਚ। ਆਪਣੇ ਤਾਂ ਹੈ, ਦੂਜਿਆਂ ਦਾ ਵੀ ਕਿਉਂ ਮਨ ਠੀਕ ਰਹਿ ਜੇ ਗੁਰੂ ਦੇ ਪਿਆਰਿਓ। ਭਾਵ ਇੱਕ ਫਕੀਰ ਨਹੀਂ ਹੋ ਕੇ ਖੜਾਵਾਂ ਪਾ ਕੇ ਜਾਂਦੀ ਸੀ ਸਾਧ। ਤੁਹਾਡਾ ਇਤਿਹਾਸ ਗਵਾਹ ਦਿੰਦਾ ਪਿਆ, ਤੁਹਾਡਾ ਗੁਰਬਾਣੀ ਗਵਾਹ ਦਿੰਦੀ ਵੀ ਤੁਹਾਡੀ ਸਾਧ ਸੰਗਤ 'ਚ। ਇਸ ਵਾਸਤੇ ਇਹਨਾਂ 'ਚ ਰਾਜ ਨਹੀਂ ਗੁਰੂ ਦੇ ਪਿਆਰਿਓ। ਸਮੇਂ ਦੇ ਅਨੁਸਾਰ ਮੈਂ ਤੁਹਾਡੇ 'ਚ ਪ੍ਰਾਰਥਨਾ ਕਰਦਾ ਰਹਾਂਗਾ। ਇਸ ਵਾਸਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਸੁਲਤਾਨਪੁਰ ਤੋਂ ਚੱਲੇ, ਸੈਦਪੁਰ ਸੰਢਿਆਲੀ ਪਿੰਡ ਹੈ ਸਾਧ ਸੰਗਤ 'ਚ। ਇਹ ਤੁਹਾਨੂੰ ਇਤਿਹਾਸਕਾਰ ਆਖੀ ਜਾਂਦੇ ਨੇ ਭਈ ਜਿਹੜਾ ਸੀ ਨਾ ਭਾਈ ਲਾਲੋ, ਇਹ ਬੜਾ ਸਿੱਖ ਸੀ। ਇਹਨੂੰ ਤੇ ਪਤਾ ਹੀ ਨਹੀਂ ਸੀ ਗੁਰੂ ਨਾਨਕ ਕੌਣ ਹੈ ਸਾਧ ਸੰਗਤ 'ਚ। ਇੱਥੇ ਗੱਲ ਸੁਣੀ ਤੇ ਗਾਂਹ ਜਾ ਕੇ ਸੁਣਾਤੀ, ਉੱਥੋਂ ਜਾ ਕੇ ਸੁਣ ਤੇ ਗਾਂਹ ਜਾ ਕੇ ਸੁਣਾਤੀ। ਇਤਿਹਾਸ ਤੇ ਪੜ੍ਹਨਾ ਸੁਣਨਾ ਨਹੀਂ ਸਾਧ ਸੰਗਤ 'ਚ, ਪਤਾ ਹੀ ਨਹੀਂ ਸੀ ਗੁਰੂ ਭਾਈ ਲਾਲੋ ਨੂੰ ਸਾਧ ਸੰਗਤ ਜੀ। ਅੱਜ ਪਹਿਲਾ ਦਿਨ ਹੋਇਆ ਜਿਉਂ ਗੁਰੂ ਨਾਨਕ ਸੱਚੇ ਪਾਤਸ਼ਾਹ ਚੱਲੇ, ਸੈਦਪੁਰ ਸੰਢਿਆਲੀ ਪਹੁੰਚ ਗਏ ਸਾਧ ਸੰਗਤ 'ਚ। ਇਹਦਾ ਪਹਿਲਾ ਨਾਂ ਸੈਦਪੁਰ ਸੰਢਿਆਲੀ ਹੈ। ਫਿਰ ਬਾਬਰ ਬਾਦਸ਼ਾਹ ਨੇ ਇੱਥੇ ਹਮਲਾ ਕੀਤਾ, ਇਹਨੂੰ ਉਜਾੜਿਆ, ਉਜਾੜ ਕੇ ਇਹਨੂੰ ਦੁਬਾਰਾ ਵਸਾਇਆ। ਇਹਦਾ ਨਾਂ ਫਿਰ ਏਮਨਾਬਾਦ ਰੱਖਿਆ ਸਾਧ ਸੰਗਤ 'ਚ। ਇਹ ਦੁਬਾਰਾ ਦੂਜਾ ਨਾਂ ਇਹਦਾ ਗੁਰੂ ਦੇ ਪਿਆਰਿਓ। ਇਸ ਵਾਸਤੇ ਦਾਸ ਪ੍ਰਾਰਥਨਾ ਕਰਦਾ ਪਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਭਾਈ ਬਾਲਾ ਤੇ ਮਰਦਾਨਾ। ਅੱਜ ਪਹਿਲਾ ਉਪਦੇਸ਼ ਹੈ ਤੇ ਚੱਲਦੇ 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 ਸੈਦਪੁਰ ਸੰਢਿਆਲੀ ਪਹੁੰਚ ਗਏ। ਗਲੀ 'ਚ ਜਾਂਦੇ ਜਾਂਦੇ ਭਾਈ ਲਾਲੋ ਦੇ ਪਾਸ ਪਹੁੰਚ ਗਏ ਸਾਧ ਸੰਗਤ 'ਚ। ਭਾਈ ਲਾਲੋ ਲੈ ਕੇ ਲੱਕੜ ਤੇ ਲੈ ਕੇ ਤੇਸਾ, ਲੱਕੜ ਤੇ ਰੱਖ ਕੇ ਨਾ ਲੱਕੜੀ ਨੂੰ ਉਹਦੀਆਂ ਕਿੱਲੀਆਂ ਪਿਆ ਬਣਾਉਂਦਾ ਸਾਧ ਸੰਗਤ 'ਚ। ਉਹਦੀਆਂ ਕਿੱਲੀਆਂ ਕੱਢਦਾ ਪਿਆ। ਤੇ ਤੁਹਾਨੂੰ ਪਤਾ ਨਾ, ਜਦੋਂ ਕਿੱਲੀਆਂ ਘੜੀਏ ਫਿਰ ਬੜਾ ਧਿਆਨ ਦੇਣਾ ਪੈਂਦਾ ਵੀ ਉਹਦੀ ਨੋਕ ਕਿਤੇ ਖਰਾਬ ਨਾ ਹੋ ਜਾਏ, ਤੇਸਾ ਕਿਤੇ ਹੱਥ ਤੇ ਨਾ ਵੱਜ ਪਵੇ। ਉਹਦੀ ਸੁੰਦਰਤਾ ਹੀ ਬਣਾਉਣ ਦੇ ਵਾਸਤੇ ਬੜਾ ਧਿਆਨ ਦੇਣਾ ਪੈਂਦਾ। ਆਪਣੇ ਧਿਆਨ ਦੇ ਵਿੱਚ ਨਾ ਭਾਈ ਲਾਲੋ ਬੈਠਾ ਸਾਧ ਸੰਗਤ 'ਚ। ਪਿਛਾ ਨੂੰ ਨਿਗਾਹ ਮਾਰੀ, ਕੀ ਵੇਖਦਾ ਹੈ? ਫਕੀਰ ਖਲੋਤੇ ਨੇ ਸਾਧ ਸੰਗਤ 'ਚ। ਇਹ ਨਹੀਂ ਪਤਾ ਤਰਲੋਕੀ ਦਾ ਨਾਂ ਤਾਂ ਫਕੀਰ ਹੈ, ਖਲੋਤੇ ਨੇ। ਨਮਸਕਾਰ ਕੀਤੇ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਸਜਣੋ, ਕਿਤੇ ਕਿਤੇ ਮਨ ਕਰਦਾ ਗੱਲ ਆਖ ਜਾਵਾਂ, ਪਰ ਫਿਰ ਚਿੱਤ ਵੀ ਨਹੀਂ ਕਰਦਾ। ਕਿਹੜੀ ਗੱਲ? ਪ੍ਰਚਾਰਕ ਸੰਸਾਰ ਦੇ ਲੋਕਾਂ ਨੂੰ ਪਾਗਲ ਬਣਾਈ ਜਾਣ ਡਏ ਨੇ ਸਾਧ ਸੰਗਤ 'ਚ, ਪਾਗਲ ਬਣਾਈ ਜਾਣ ਡਏ ਨੇ। ਹੁਣ ਤੁਸੀਂ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਉਪਦੇਸ਼ ਸਰਵਣ ਕੀਤਾ। ਕਹਿੰਦੇ ਨੇ ਕਿਸੇ ਨੂੰ ਮੱਥਾ ਨਾ ਟੇਕੋ ਤੇ ਫਤਿਹ ਬੁਲਾਓ ਕਿਸੇ ਨੂੰ ਸਾਧ ਸੰਗਤ 'ਚ। ਹੁਣੇ ਤੁਸੀਂ ਸੁਣਿਆ ਸਤਿਗੁਰੂ ਪ੍ਰਤਾਪ ਸਿੰਘ ਦਾ ਬਚਨ ਗੁਰੂ ਦੇ ਪਿਆਰੇ। ਕੀ ਭਾਵ? ਗੁਰਬਾਣੀ ਕੀ ਕਹਿੰਦੀ ਹੈ? ਕਹਿੰਦੀ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ। ਕੋਈ ਮਜ਼ਹਬ, ਕੋਈ ਭੇਖ ਦਾ ਸਾਧੂ ਮਿਲਦਾ, ਆਹ ਅੰਜਲੀ ਨਾਮ ਹੈ ਸਾਧ ਸੰਗਤ 'ਚ। ਦੋਵੇਂ ਹੱਥ ਜੋੜ ਕੇ ਨਮਸਕਾਰ, ਇਹਨੂੰ ਅੰਜਲੀ ਕਹਿੰਦੇ ਨੇ। ਤੇ ਕਹਿੰਦੇ ਨੇ ਕਰ ਡੰਡੌਤ ਪੁੰਨ ਵੱਡਾ ਹੈ। ਜ਼ਮੀਨ ਤੇ ਲੰਮੇ ਪੈ ਕੇ 8 ਅੰਗ ਲੱਗ ਜਾਣ। ਸਾਧੂ ਸੰਤ ਮਹਾਤਮਾ ਗੁਰੂ ਆਪਣੇ ਡੰਡੌਤ ਕਰ ਸਾਧ ਸੰਗਤ 'ਚ, ਬੜਾ ਪੁੰਨ ਵੱਡਾ ਹੋਏਗਾ। ਅੱਜ ਕੱਲ੍ਹ ਕਹਿੰਦੇ ਕਿਸੇ ਪੈਰਾਂ ਤੇ ਨਾ ਝੁਕੋ ਜੋ ਕਿਸੇ ਦੇ ਸਾਧ ਸੰਗਤ 'ਚ। ਕੀ ਕਰਨਾ ਜੇ? ਆਂਦੇ ਨੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ। ਆਉਂਦੇ ਇੱਥੇ ਨੇ ਗੁਰੂ ਦੇ ਪਿਆਰਿਓ, ਕੀ ਕਰੀਏ? ਬਾਣੀ ਪੜ੍ਹੀਏ ਸਾਧ ਸੰਗਤ ਜੀ, ਪਤਾ ਫਿਰ ਲੱਗਦਾ ਹੈ। ਭਾਈ ਲਾਲੋ ਨਮਸਕਾਰ ਕੀਤੀ। ਗੁਰੂ ਨਾਨਕ ਕਹਿੰਦੇ ਨੇ ਕਰਤਾਰ ਚੇਤਾਵੇ। ਕਹਿੰਦੇ ਨੇ ਭਾਈ ਲਾਲੋ, ਉਹ ਸਾਰੀ ਉਮਰ ਕਿੱਲੀਆਂ ਕੱਢ, ਕਦੇ ਮਨ ਵੀ ਘੜੇ ਹੀ ਕਦੇ। ਹੈਰਾਨ। ਅੱਜ ਪਹਿਲਾ ਉਪਦੇਸ਼ ਹੈ ਸਾਧ ਸੰਗਤ 'ਚ, ਪਹਿਲੇ ਦਿਨ। ਉਹ ਮੈਂ ਤੁਹਾਨੂੰ ਸੁਣਾਉਣਾ ਪਿਆ ਸਾਧ ਸੰਗਤ 'ਚ। ਭਾਈ ਲਾਲੋ, ਉਹ ਕਦੇ ਸਾਰੀ ਉਮਰ ਕਿੱਲੀਆਂ ਹੀ ਕੱਢਦਾ ਨਾ, ਕਦੇ ਮਨ ਵੀ ਘੜਿਆ ਹੀ ਕਦੇ। ਚੁੱਪ। ਦੂਜੀ ਤੀਜੀ ਵਾਰ ਫੇਰ ਆਖਿਆ। ਕਹਿੰਦਾ ਸੱਚੇ ਪਾਤਸ਼ਾਹ ਪਰਮੇਸ਼ਰ ਨੇ ਕਿਰਪਾ ਕੀਤੀ, ਆਪ ਦੇ ਦਰਸ਼ਨ ਕਰਵਾਏ ਨੇ, ਆਪ ਦੀ ਸੰਗਤ ਕਰਾਂਗਾ, ਆਪ ਦੇ ਬਚਨ, ਆਪ ਦਾ ਉਪਦੇਸ਼ ਸਰਵਣ ਕਰਾਂਗਾ। ਸੱਚੇ ਪਾਤਸ਼ਾਹ ਮੈਂ ਮਨ ਘੜਨਾ ਵੀ ਸਿੱਖ ਲਵਾਂਗਾ। ਅਜੇ ਮੈਂ ਕਿੱਲੀਆਂ ਘੜਨੀਆਂ ਜਾਣਨਾ ਪਿਆ ਸਾਧ ਸੰਗਤ 'ਚ। ਉਹਦੀ ਸ਼ਰਧਾ, ਉਹਦਾ ਪਿਆਰ, ਉਹਦਾ ਸਤਿਕਾਰ ਵੇਖ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਪਾਸ ਹੀ ਡੇਰਾ ਲਾਤਾ ਸਾਧ ਸੰਗਤ 'ਚ। ਜਿੰਨਾ ਚਿਰ ਚੰਦ ਆਸਮਾਨ ਜ਼ਮੀਨ ਤੇ ਸੂਰਜ ਰਹਿਣਗੇ, ਭਾਈ ਲਾਲੋ ਦਾ ਤੇ ਗੁਰੂ ਨਾਨਕ ਦਾ ਪ੍ਰੇਮ ਤੇ ਪਿਆਰ ਤੁਸੀਂ ਪੜ੍ਹਦੇ ਸੁਣਦੇ ਰਹੋਗੇ ਸਾਧ ਸੰਗਤ 'ਚ। ਕਹਿੰਦੇ ਨੇ ਸਦਾ ਅਧੀਨ ਦਾਸ ਕਾ ਜੋ ਤੇ ਜਾਤ ਕੁਜਾਤ ਨਾ ਜਾਣੈ, ਗੁਣ ਚਤਰਾਈ ਰੀਝੈ ਨਾਹੀ,
ਭਾਓ ਭਗਤ ਪਹਿਚਾਨੈ, ਦਿਜ ਖੱਤਰੀ ਤਜ ਬੈਸ ਤਹਾਂ, ਜੋ ਸੂਦਰ ਹੁਤੋ ਤਿਖਾਨਾ, ਖਾਏ ਦਾਸ ਕੋ ਭੋਜਨ ਕੀਨੋ, ਕੇਵਲ ਪ੍ਰੇਮ ਅੰਗਮਾਨਾ। ਸਾਧ ਸੰਗਤ ਜੀ, ਸਜਣੋ, ਪ੍ਰੇਮ ਦੀ ਗੱਲ ਸੀ ਗੁਰੂ ਦੇ ਪਿਆਰਿਓ। ਮਿਹਰਜ ਕਰਨਾ ਪਿਆ। ਗੁਰੂ ਨਾਨਕ ਨੇ ਅੱਜ ਪਹਿਲਾ ਉਪਦੇਸ਼ ਸ਼ੁਰੂ ਕੀਤਾ ਆਪਣੇ ਜੀਵਨ ਦੇ ਵਿੱਚ। ਕਿੱਥੋਂ? ਇਸ ਮਨ ਨੂੰ ਸੁਧਾਰਨ ਵਾਸਤੇ। ਸਾਧ ਸੰਗਤ ਜੀ, ਤੇ ਜਦੋਂ ਗੁਰਬਾਣੀ ਪੜ੍ਹੋਗੇ ਨਾ, ਉਹ ਕੀ ਆਂਦੀ? ਕਹਿੰਦੇ ਨੇ, ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਸਾਸ ਕੋਈ ਕੰਮ ਨਹੀਂ ਸੰਸ ਗੁਰੂ ਦੇ ਪਿਆਰਿਓ। ਮਨੁੱਖ ਦਾ ਕੁਛ ਨਹੀਂ ਵਿਗੜਿਆ। ਸਾਧ ਸੰਗਤ ਜੀ, ਕੀ ਵਿਗੜਿਆ? ਇੱਕ ਮਨ ਵਿਗੜਿਆ। ਸਾਧ ਸੰਗਤ ਜੀ, ਤੇ ਕਹਿੰਦੇ ਨੇ ਮਨ ਸਾਧੇ ਸਿੱਧ ਹੋਏ। ਜਦੋਂ ਮਨ ਸਿੱਧਰ ਗਿਆ ਨਾ, ਸਾਰਾ ਸਿੱਧ ਪ੍ਰਾਪਤ ਹੋ ਜਾਣੀ ਗੁਰੂ ਦੇ ਪਿਆਰਿਓ। ਇਸ ਵਾਸਤੇ ਸੱਜਣੋ, ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਨੇ ਸੰਸਾਰ ਦਾ ਸੁਧਾਰ ਕਰਨ ਦੇ ਵਾਸਤੇ ਆਪਣੇ ਗਿਆਨ ਨੂੰ, ਆਪਣੇ ਉਪਦੇਸ਼ ਨੂੰ ਮਨ ਤੋਂ ਤੋਰਿਆ। ਸਾਧ ਸੰਗਤ ਜੀ, ਤੇ ਮਨ ਆੜਾ ਤੁਸੀਂ ਨਾਮ ਜਪਦੇ ਹੋ, ਬਾਣੀ ਪੜ੍ਹਦੇ ਹੋ, ਸੇਵਾ ਸਿਮਰਨ ਕਰਦੇ ਹੋ, ਆ ਕੇ ਸਾਸੰਗ ਕਰਦੇ ਹੋ, ਇਹਦੇ ਕਰਨਾ ਸਰੀਰਾਂ ਨੇ ਨਹੀਂ ਬਦਲਣਾ, ਇਹਦੇ ਕਰਨਾ ਮਨਾਂ ਨੇ ਬਦਲਣਾ। ਸਾਧ ਸੰਗਤ ਜੀ, ਜੇ ਤੇ ਮਨ ਬਦਲ ਗਿਆ, ਸਤਸੰਗੀ ਦੇਵਤਾ। ਸਾਧ ਸੰਗਤ ਜੀ, ਮਨੁੱਖ ਦੇਵਤਾ ਗੁਰੂ ਦੇ ਪਿਆਰਿਓ। ਤੇ ਜੇ ਮਨ ਨਹੀਂ ਬਦਲਿਆ, ਭਾਵੇਂ ਹਜ਼ਾਰਾਂ ਸਾਲ ਲੱਗੇ ਰਹੋ ਗੁਰੂ ਦੇ ਪਿਆਰਿਓ, ਕੁਛ ਵੀ ਨਹੀਂ ਬਣਿਆ। ਸਾਧ ਸੰਗਤ ਜੀ, ਕੁਛ ਵੀ ਨਹੀਂ ਬਣਿਆ ਗੁਰੂ ਦੇ ਪਿਆਰਿਓ। ਇਸ ਵਾਸਤੇ ਦਾਸ ਆਪਣੇ ਪ੍ਰਕਰਨ ਨੂੰ ਸ਼ੁਰੂ ਕਰਨ ਲੱਗਾ। ਕੁਛ ਦਿਨਾਂ ਦੇ ਵਾਸਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਇਸ ਸੰਸਾਰ ਦੇ ਲੋਕਾਂ ਦਾ ਕਿਸ ਤਰ੍ਹਾਂ ਭਲਾ ਕਰਦੇ ਨੇ ਪਏ। ਭਲਾ ਕਰਦੇ ਕਰਦੇ ਜਾ ਕੇ ਕਰਤਾਰਪੁਰ ਦੀ ਧਰਤੀ ਨੂੰ ਭਾਗ ਲਾਇਆ। ਕਰਤਾਰਪੁਰ ਧਰਤੀ ਨੂੰ ਭਾਗ ਲਾ ਕੇ ਉੱਥੇ ਸਿੱਖ ਸੰਗਤਾਂ ਨੂੰ ਉਪਦੇਸ਼ ਕਰਨਾ ਸ਼ੁਰੂ ਕਰਤਾ। ਜਿਸ ਤਰ੍ਹਾਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਸਾਧ ਸੰਗਤ ਜੀ ਇਸ ਨਾਨਕ ਪ੍ਰਕਾਸ਼ ਦੇ ਵਿੱਚ, ਸੂਰਜ ਪ੍ਰਕਾਸ਼ ਗ੍ਰੰਥ ਸਾਧ ਸੰਗਤ ਜੀ ਬਿਆਨ ਕਰਨਗੇ। ਆਪ ਸਾਰੇ ਪਿਆਰ ਸਤਿਕਾਰ ਦੇ ਨਾਲ ਰਸਨਾ ਕਰਕੇ ਗੁਰ ਸਿਮਰਨ ਕਰੋ, ਸਰਵਣਾ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਦਾ ਪਾਵਨ ਪਵਿੱਤਰ ਜਸ ਆਪ ਇਸ ਨੂੰ ਸਰਵਨ ਕਰੋ। ਆਸ ਸ੍ਰੀ ਪ੍ਰਭ ਨੇ ਤਪ ਬੋਠਾਨਾ। ਤਪ ਸਾਰਾ ਸੰਸਾਰ ਕਰਦਾ ਪਿਆ। ਸਾਧ ਸੰਗਤ ਚ ਸਭ ਕਰਦੇ ਨੇ ਪਏ ਗੁਰੂ ਦੇ ਤਪ ਧੂਣੀਆਂ ਤਪਣੀਆਂ ਤਾਪ, ਜਲ ਤਾਰਾ ਕਰਨੇ ਤਾਪ, ਪੁੱਠੇ ਲਟਕਣੇ ਤਾਪ, ਸਾਧ ਸੰਗ ਕਰਨਾ ਤਾਪ। ਇਹ ਤਾਪ ਹੈ ਸਾਧ ਸੰਗਤ ਚ। ਆਹ ਤਾਪ ਹੈ ਤੁਹਾਡਾ ਜਿਹੜਾ ਤੁਸੀਂ ਕਰਦੇ ਹੋ ਪਏ। ਪਰ ਜਦੋਂ ਤੁਸੀਂ ਗੁਰਮਤਿ ਮਰਿਆਦਾ ਚ ਆ ਜਾਓਗੇ ਨਾ, ਤੇ ਦਾਸ ਦੇਵ ਗੁਰਦੇਵ ਜੀ ਸੰਤ ਜੀ ਮਹਾਰਾਜ ਤਪ ਦਾ ਅਰਥ ਕਰਿਆ ਕਰਦੇ ਸੀ। ਤਪ ਦਾ ਅਰਥ ਹੈ ਮਨ ਬੁਰੇ ਪਾਸੇ ਜਾਂਦੇ ਨੂੰ ਰੋਕ ਲੈਣਾ। ਸਾਧ ਸੰਗਤ ਚ ਉਹਨੂੰ ਤਪ ਕਹਿੰਦੇ ਨੇ ਗੁਰੂ ਦੇ ਪਿਆਰਿਓ। ਨਾਮ ਜਪਿਓ ਜੋ ਮਰਜ਼ੀ ਕਰੀ ਜਾਓ, ਸਾਧ ਸੰਗ ਬਿਠੋ ਜੋ ਮਰਜ਼ੀ ਕਰੀ ਜਾਓ, ਸਾਧ ਸੰਗਤ ਚ ਬਾਣੀ ਪੜ੍ਹਦੇ ਜੋ ਮਰਜ਼ੀ ਕਰੀ ਜਾਓ, ਨਹੀਂ ਤਪ ਉਹਦਾ ਨਾਮ ਹੈ। ਜੇ ਮਨ ਬੁਰੇ ਪਾਸੇ ਜਾਂਦਾ, ਆਪ ਨੂੰ ਰੋਕ ਲੈਣਾ। ਸਾਧ ਸੰਗਤ ਜੀ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸੰਸਾਰ ਤੋਂ ਉਪਦੇਸ਼ ਕਰਨਾ ਸ਼ੁਰੂ ਕੀਤਾ। ਜਹ ਤੇ ਪਸਰਿਓ ਸੁਜਾਸ ਮਹਾਨਾ। ਉੱਤਰ ਦੱਖਣ ਪੂਰਬ ਪੱਛਮ ਦੇ ਵੱਲ ਗੁਰੂ ਦੇ ਪੈਰੋਂ ਧਾਕਾਂ ਪੈ ਗਈਆਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੀਆਂ, ਸਤਿਗੁਰੂ ਜੀ ਦੀਆਂ। ਦੇਸ਼ ਵਿਦੇਸ਼ਨ ਕਰ ਕਰ ਮਾਹੀ। ਦੇਸਾਂ ਵਿਦੇਸਾਂ ਚ ਸਾਧ ਸੰਗਤ ਜੀ ਆ ਤੁਹਾਡੇ ਮਨਾਂ ਚ ਉਤਸ਼ਾਹ ਹੈ ਨਾ। ਹੁਣ ਹੋਲਾ ਮਹੱਲਾ ਹੁੰਦਾ ਪਿਆ, ਤੁਸੀਂ ਤਿਆਰੀਆਂ ਕਰਦੇ ਹੋ ਪਏ ਸਾਧ ਸੰਗਤ ਚ। ਇਹ ਪਰੰਪਰਾ ਗੁਰੂ ਨਾਨਕ ਨੇ ਤੋੜ ਦਿੱਤੀ ਹੈ ਗੁਰੂ ਦੇ ਪਿਆਰਿਓ। ਚੱਲੀਏ ਸ੍ਰੀ ਭੈਣੀ ਸਾਹਿਬ ਚੱਲ ਕੇ ਸਤਿਗੁਰਾਂ ਦਾ ਦਰਸ਼ਨ ਕਰੀਏ। ਚੱਲ ਕੇ ਇਸੇ ਤਰ੍ਹਾਂ ਦੇਸਾਂ ਵਿਦੇਸਾਂ ਦੇ ਵਿੱਚ, ਘਰ ਘਰ ਦੇ ਵਿੱਚ, ਜੀ ਦੇ ਹਿਰਦੇ ਦੇ ਵਿੱਚ ਸ੍ਰੀ ਨਾਨਕ ਪ੍ਰਾਹੀ। ਸਾਰੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਤੁਸੀਂ ਕਰਦੇ ਹੋ ਪਏ। ਇਸੇ ਤਰ੍ਹਾਂ ਹੁੰਦਾ ਪਿਆ। ਮਿਲੇ ਪਰਸ ਪਰਮਾਨ ਬ੍ਰਿੰਦਾ। ਜਦੋਂ ਵੀ ਕੋਈ ਇੱਕ ਦੂਜੇ ਨੂੰ ਆਪਸ ਚ ਮਿਲ ਜਾਂਦਾ ਹੈ, ਆਵੀ ਦਰਸ਼ਨ ਹੇਤ ਮੁਕੰਦਾ। ਸਾਰੇ ਕਹਿੰਦੇ ਨੇ ਮੁਕੰਦ, ਮੁਕਤੀ ਦੇ ਦਾਤਾ। ਸੱਜਣੋ ਚਲੋ ਕੋਈ ਬਾਤ ਨਹੀਂ, ਸੰਸਾਰ ਹੈ ਸਾਧ ਸੰਗਤ ਚ। ਅਸੀਂ ਤਾਂ ਝਮੇਲੇ ਚ ਪਏ ਹੀ ਹਾਂ, ਪਰ ਸਤਿਗੁਰੂ ਨੂੰ ਪਾਉਣ ਦਾ ਯਤਨ ਕਰਨੇ ਆ। ਸਾਧ ਸੰਗਤ ਚ ਸਤਿਗੁਰੂ ਨੂੰ ਪਾਉਣ ਦਾ ਯਤਨ ਕਰਨੇ ਆ। ਸਤਿਗੁਰੂ ਨਾਲ ਸਿਰਫ ਇੱਕੋ ਇੱਕ ਸੰਬੰਧ ਹੈ ਮੁਕਤੀ ਦਾ। ਆਹ ਦੁਨਿਆਵੀ ਕਾਰੋਬਾਰ ਦੀਆਂ ਗੱਲਾਂ ਕਰ, ਆਹ ਰਿਸ਼ਤੇ ਕਰ, ਉਹ ਕਰ, ਇਹ ਕਰ, ਇਹ ਕਰੀਏ, ਇਹਦਾ ਕੋਈ ਗੱਲ ਵਧੀਆ ਨਹੀਂ ਸਾਧ ਸੰਗਤ ਚ। ਸਭ ਸੇ ਇੱਕੋ ਹੀ ਸੰਬੰਧ ਰੱਖਿਆ ਕਰੋ ਸਤਿਗੁਰੂ ਦਾ, ਬਸ ਮੁਕਤੀ ਪ੍ਰਾਪਤ ਲੈਣ ਦਾ ਗੁਰੂ ਦੇ ਪਿਆਰਿਓ। ਹੋਰ ਕੋਈ ਕੰਮ ਨਹੀਂ ਸਤਿਗੁਰੂ ਦਾ ਗੁਰੂ ਦੇ ਪਿਆਰਿਓ।
ਚਲੀਏ, ਚੱਲ ਕੇ ਸਾਧੂ ਦਰਸ਼ਨ ਕਰੀਏ, ਤੇ ਜੋ ਮੁਕਤੀ ਦਾ ਰਸਤਾ, ਮੁਕਤੀ ਦਾ ਪੰਥ ਹੈ, ਉਹ ਸਾਧੂ ਦੇ ਕੋਲੋਂ ਜਾ ਕੇ ਉਪਦੇਸ਼ ਕਰਕੇ ਉਹਨੂੰ ਅਪਣਾਈਏ, ਜਾ ਕੇ ਅਮਲ ਕਰੀਏ ਉਹਦੇ ਤੇ। ਕੀਤਕ ਦਰਸ ਕਰੇ ਕਰ ਜਾਹੀ। ਕੁਛ ਐਸੇ ਸਤਸੰਗੀ ਨੇ, ਕੁਛ ਐਸੇ ਜਗਿਆਸੂ ਨੇ ਜਿਹੜੇ ਦਰਸ਼ਨ ਕਰਕੇ ਸਾਧ ਸੰਗਤ ਜੀ ਦਾ, ਸਤਿਗੁਰੂ ਜੀ ਦਾ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ। ਕੀਤਕ ਰਹੇ ਪ੍ਰਭੂ ਕੇ ਪਾਹੀ। ਕੁਛ ਐਸੇ ਨੇ ਕਹਿੰਦੇ ਨੇ ਆਏ ਹੁਣ ਸਤਿਗੁਰੂ ਪਾਤਸ਼ਾਹ ਦਰਸ਼ਨ ਕੇ ਇੱਥੇ ਸਤਿਗੁਰਾਂ ਦੀ ਸ਼ਰਨ ਵਿੱਚ ਹੀ ਰਹੀਏ ਆਪਾਂ। ਪੀਰਪੁਰ ਪੀਪੁਰ ਕਰਤਾਰਾ। ਬੜੀ ਭੀੜ ਲੱਗੀ ਕਰਤਾਰਪੁਰੇ ਦੇ ਵਿੱਚ। ਖਾਏ ਸਮੇਂ ਦੇ ਰੁਚੇ ਆਹਾਰਾ। ਇਹ ਤੇ ਤੁਹਾਨੂੰ ਪਤਾ ਨਾ, ਗੁਰੂ ਪਰੰਪਰਾ ਨੂੰ ਮਾਨਤਾ ਮਿਲੀ ਹੈ ਲੰਗਰ ਦੀ ਸਾਧ ਸੰਗਤ ਚ। ਅੱਜ ਮੈਂ ਤੁਸੀਂ ਲੰਗਰ ਚਲਾਇਆ ਸਾਧ ਸੰਗਤ ਜੀ, ਇਹ ਗੁਰੂ ਘਰ ਨੂੰ ਮਾਨਤਾ ਗੁਰੂ ਦੇ ਪਿਆਰਿਓ। ਭਾਵ ਦੋਏ ਟਾਈਮ ਤੇ ਲੰਗਰ ਚੱਲਦਾ ਹੈ। ਔਰ ਸਤਿਗੁਰੂ ਰਾਮ ਸਿੰਘ ਨੇ ਇਹਨੂੰ ਮਾਨਤਾ ਕਿੰਨੀ ਕੁ ਦੇਤੀ ਸਾਧ ਸੰਗਤ ਚ। 1918 ਦੇ ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਸਦਾ ਵਰਤ ਲੰਗਰ ਲਾਤਾ ਸਾਧ ਸੰਗਤ ਜੀ, ਸਦਾ ਵਰਤ ਗੁਰੂ ਦੇ ਪਿਆਰਿਓ। ਕਿੰਨਾ ਕਮਾਲ ਹੈ। ਤੁਸੀਂ ਰਾਤ ਦੇ 2 ਵਜੇ ਚਲੇ ਜਾਓ, ਰਾਤ ਦੇ 3 ਵਜੇ ਚਲੇ ਜਾਓ, ਲੰਗਰ ਤਿਆਰ ਹੈ ਸਾਧ ਸੰਗਤ ਜੀ। ਤੁਸੀਂ ਜਾਣਦੇ ਹੋ ਨਾ ਸ੍ਰੀ ਭੈਣੀ ਸਾਹਿਬ, ਇੱਕ ਬਾਲਟੀ 'ਚ ਦਾਲਾ ਪਿਆ ਹੋਵੇਗਾ, ਇੱਕ ਟੋਕਰੀ 'ਚ ਪ੍ਰਸ਼ਾਦੇ ਪਏ ਹੋਣਗੇ, ਉੱਥੇ ਸਿੰਘ ਬੈਠਾ ਸਾਧ ਸੰਗਤ ਜੀ, ਬੈਠਾ ਗੁਰੂ ਦੇ ਪਿਆਰਿਓ। ਇਹ ਲੰਗਰ ਜੇ ਜਿੰਨਾ ਚਿਰ ਸੂਰਜ ਦੀ ਟਿੱਕੀ ਨਹੀਂ ਚੜ੍ਹਦੀ, ਸੂਰਜ ਉਦੈ ਨਹੀਂ ਹੁੰਦਾ, ਦੂਜੇ ਲੰਗਰ ਤਿਆਰ ਹੋ ਕੇ ਅਰਦਾਸ ਨੂੰ, ਤਾਂ ਉਹਨਾਂ ਚ ਉਹ ਚੱਲਦਾ ਰਹਿਣਾ ਹੈ। ਜਦੋਂ ਅਰਦਾਸ ਹੋ ਗਈ ਹੈ, ਦੂਜਾ ਲੰਗਰ ਤਿਆਰ ਹੋ ਗਿਆ, ਉਹ ਜਿਹੜਾ ਲੰਗਰ ਹੈ ਗਊਆਂ ਨੂੰ, ਪਸ਼ੂਆਂ ਨੂੰ, ਪਸ਼ੂ ਪੰਛੀਆਂ ਨੂੰ, ਅਥਵਾ ਕਾਵਾਂ ਕੁੱਤੇ ਨੂੰ ਪਾ ਦੇਣਾ ਸਾਧ ਸੰਗਤ ਚ, ਉਹ ਫਿਰ ਉੱਧਰ ਚਲਾ ਜਾਣਾ ਗੁਰੂ ਦੇ ਪਿਆਰੇ। ਇਹ ਹੈ ਸਦਾ ਵਰਤ, ਗੁਰੂ ਨਾਨਕ ਦੀ ਦੇਣ ਸਾਧ ਸੰਗਤ ਜੀ। ਸਤਿਗੁਰੂ ਰਾਮ ਸਿੰਘ ਇਹਨੂੰ ਇੱਥੇ ਲੈ ਗਏ ਗੁਰੂ ਦੇ ਪਿਆਰਿਓ, ਸਦਾ ਵਰਤ ਲਾਤਾ ਸਾਧ ਸੰਗਤ ਜੀ। ਇਸ ਵਾਸਤੇ ਲੰਗਰ ਦੋਏ ਟਾਈਮ ਪੱਕਦਾ, ਸਿੱਖ ਸੰਗਤਾਂ ਛਕਦੀਆਂ ਨੇ, ਆਨੰਦ ਮਾਣਦੀਆਂ ਨੇ ਪਈਆਂ। ਹੋਏ ਅੰਨ ਕੀ ਤੋਟ ਨਾ ਕੋਈ। ਕਿਸੇ ਪ੍ਰਕਾਰ ਦੀ ਕੋਈ ਤੋਟ ਨਹੀਂ ਸਾਧ ਸੰਗਤ ਚ ਆਉਂਦੀ ਪਈ। ਰਹੇ ਜੋ ਦੇਗ ਅਜੇ ਸਭ ਕੋਈ। ਸਾਰੇ ਦੇਗ ਚੋਂ ਭਾਵ ਲੰਗਰ ਚੋਂ ਪ੍ਰਸ਼ਾਦਾ ਛਕਦੇ ਹਨ। ਦੇਸ਼ ਵਿਦੇਸ਼ਣ ਤੇ ਤਹਾਂ ਬਹੁ ਸੰਗਤ ਪੀ ਆਏ। ਬੜੀਆਂ ਦੇਸਾਂ ਵਿਦੇਸਾਂ ਤੋਂ ਸਿੱਖ ਸੰਗਤਾਂ ਆਉਂਦੀਆਂ ਨੇ ਸਤਿਗੁਰੂ ਦਾ ਦਰਸ਼ਨ ਕਰਨ ਦੇ ਵਾਸਤੇ, ਆ ਕੇ ਸੇਵਾ ਕਰਨ ਦੇ ਵਾਸਤੇ। ਅਪਰਮਾਣ ਗਿਣਤੀ ਨਾ ਕੋ ਦਰਸ਼ਨ ਕਰ ਹਰ ਖਾਏ। ਹੋਰ ਕੋਈ ਤਾਂਘ ਨਹੀਂ ਅੰਦਰ ਸਾਧ ਸੰਗਤ ਚ, ਕੋਈ ਇੱਛਾ ਨਹੀਂ ਗੁਰੂ ਦੇ ਪਿਆਰਿਓ। ਇੱਥੇ ਅਸੀਂ ਬੜਾ ਕੁਝ ਲੈ ਕੇ ਜਾਂਦੇ ਜੇ, ਉੱਥੇ ਫਲਾਣਾ ਰਿਸ਼ਤੇਦਾਰ ਮਿਲ ਪਵੇਗਾ, ਉੱਥੇ ਚੱਲਾਂਗੇ, ਉੱਥੇ ਰਿਸ਼ਤੇ ਦੀ ਗੱਲ ਕਰ ਲਾਂਗੇ ਜਾ ਕੇ ਸਾਥ, ਉੱਥੇ ਪਿੱਛੇ ਅੱਗੇ ਟਾਈਮ ਨਹੀਂ ਨਾ ਮਿਲਦੇ ਗੁਰੂ ਦੇ ਪਿਆਰਿਓ। ਨਾ, ਇਹ ਨਹੀਂ ਗੱਲਾਂ ਸਾਧ ਸੰਗਤ ਚ, ਉਹ ਚ ਆਪਾਂ ਆਪ ਹੀ ਵਿਗੜ ਪਾਉਂਦੇ ਗੁਰੂ ਦੇ ਪਿਆਰਿਓ। ਐ ਨਿਰੋਲ ਜਾਇਆ ਕਰੋ ਸਾਧ ਸੰਗਤ ਚ, ਉਹਦਾ ਫਲ ਕੀ ਹੋਵੇਗਾ। ਇਹ ਇੱਛਾ ਲੈ ਕੇ ਕਿਉਂ, ਹਜ਼ੂਰ ਪਾਤਸ਼ਾਹ ਕਹਿੰਦੇ ਨੇ ਸਾਧ ਕੋ ਮਿਲਨੇ ਜਾਈਏ ਸਾਥ ਨਾ ਲੀਜਾ ਕੋਈ ਸਾਧ ਸੰਗਤ ਚ। ਇਹਦਾ ਕੀ ਭਾਵ ਹੈ? ਇਹ ਨਹੀਂ ਵੀ ਕਿਸੇ ਨੂੰ ਨਾਲ ਨਾ ਖੜੋ, ਉਹਦਾ ਭਾਵ ਹੈ ਜਿਹੜੀਆਂ ਭੈੜੀਆਂ ਵਾਸ਼ਨਾ ਉਹਨਾਂ ਨੂੰ ਨਾ ਖੜਿਆ ਕਰੋ ਨਾਲ ਸਾਧ ਸੰਗਤ ਚ। ਇਹ ਨਹੀਂ ਵੀ ਕਿਸੇ ਨੂੰ ਨਾਲ ਨਾ ਲੈ ਕੇ ਤੁਰੋ, ਨਹੀਂ, ਜਿਹੜੀਆਂ ਭੈੜੀਆਂ ਵਾਸ਼ਨਾ ਨੇ ਨਾ ਉਹਨਾਂ ਨੂੰ ਉੱਥੇ ਹੀ ਛੱਡ ਜਾਓ ਸਾਧ ਸੰਗਤ ਚ। ਇਸ ਵਾਸਤੇ ਸੱਜਣੋ ਬੜੇ ਬੜੇ ਪਿਆਰ ਸਤਿਕਾਰ ਦੇ ਨਾਲ ਸਿੱਖ ਸੰਗਤਾਂ ਆਉਂਦੀਆਂ ਨੇ, ਆ ਕੇ ਦਰਸ਼ਨ ਕਰਦੀਆਂ ਨੇ, ਸੇਵਾ ਕਰਦੀਆਂ ਨੇ। ਇਸ ਬਿਦ ਕੀਟਕ ਬਰਖ ਬਿਤਾਏ। ਇਸੇ ਤਰ੍ਹਾਂ ਬਹੁਤ ਸਮਾਂ ਬਤੀਤ ਹੋ ਗਿਆ ਸੱਚੇ ਪਾਤਸ਼ਾਹ ਨੂੰ ਉਪਦੇਸ਼ ਕਰਦਿਆਂ। ਨਾਮ ਦਾਨ ਇਸ਼ਨਾਨ ਦਿਰੜਾਏ। ਇਹ 3 ਚੀਜ਼ਾਂ ਜੇ ਸਾਧ ਸੰਗਤ ਚ, ਇੱਕ ਨਾਮ, ਇੱਕ ਦਾਨ, ਇੱਕ ਇਸ਼ਨਾਨ ਸਾਧ ਸੰਗਤ ਚ। ਹਜ਼ੂਰ ਪਾਤਸ਼ਾਹ ਕਹਿੰਦੇ ਨੇ ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਲਾਗੈ ਸਹਿਜ ਧਿਆਨ, ਗੁਰਮੁਖ ਪਾਵੈ ਦਰਗਾ ਮਾਨ ਸਾਧ ਸੰਗਤ ਚ। ਨਾਮ ਇਹਦਾ ਵੱਖਰਾ ਕੰਮ ਜੇ ਸਾਧ ਸੰਗਤ ਚ, ਦਾਨ ਇਹਦਾ ਵੱਖਰਾ ਕੰਮ ਜੇ, ਇਸ਼ਨਾਨ ਇਹਦਾ ਵੱਖਰਾ ਕੰਮ ਜੇ ਸਾਧ ਸੰਗਤ ਚ। ਬਹੁਤ ਧਿਆਨ ਦੇਣ ਦੀ ਲੋੜ ਹੈ ਗੁਰੂ ਦੇ ਪਿਆਰਿਓ। ਭਾਵ ਜਦੋਂ ਇਹਨਾਂ ਦਾ ਤੱਤ ਹੋਏਗਾ ਨਾ, ਉਹ ਇੱਕੋ ਹੀ ਹੋ ਜਾਏਗਾ, ਪਰ ਕੰਮ ਵੱਖੋ ਵੱਖ ਕਰਦੇ ਨੇ ਸਾਧ ਸੰਗਤ ਚ। ਹੁਣ 1 ਮਿੰਟ ਵਾਸਤੇ ਧਿਆਨ ਦਿਓ ਜੇ ਥੋੜ੍ਹਾ ਜਿਹਾ, ਮੈਂ ਇਹ ਆਪਣੀ ਤਕਨੀਕ ਹੀ ਹੈ ਨਾ ਜਿਹੜੀ ਤੁਹਾਡੇ ਚਰਨ 'ਚ ਰੱਖਣਾ ਪਿਆ। ਜੇ ਹੁਣ ਇਹ ਸਰੀਰ ਮਿੱਟੀ ਘੱਟੇ ਹੋਰ ਕਈ ਚੀਜ਼ਾਂ ਦਾ ਅਪਵਿੱਤਰ ਹੋਇਆ ਤੇ ਨਾਮ ਜਪੀ ਜਾਓ, ਹਾਂ ਇਹ ਸਰੀਰ ਸ਼ੁੱਧ ਹੋ ਜਾਏਗਾ। ਇਹ ਲਿਬੜਿਆ ਮਿੱਟੀ ਘੱਟੇ ਨਾਲ ਤੁਸੀਂ ਪੜ੍ਹਦੇ ਹੋ ਨਾ, ਭਰੀਆ ਹੱਥ ਪੈਰ ਤਨ ਦੇਹ,
ਉਹ ਕਾਹਦੇ ਨਾਲ ਉਤਰਨਾ? ਇਸ਼ਨਾਨ ਉਤਰਨੀ ਸਾ, ਉਹ ਨਾਮ ਜਪਣਾ, ਮਾਲਾ ਜਿੰਨੀ ਮਰਜ਼ੀ ਫਿਰ ਜਾਓ ਤੁਸੀਂ ਸਾਧ ਸੰਗਤ ਜੀ, ਉਹਦਾ ਆਪਣਾ ਵੱਖਰਾ ਕੰਮ ਹੈ ਗੁਰੂ ਦੇ ਪਿਆਰੇ। ਇਸ਼ਨਾਨ ਦਾ ਵੱਖਰਾ ਕੰਮ ਹੈ। ਕਹਿੰਦੇ ਨੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ ਸਾਧ ਸੰਗਤ ਜੀ। ਇਸ਼ਨਾਨ ਦਾ ਕੰਮ ਹੈ ਗੁਰੂ ਦੇ ਪਿਆਰਿਓ। ਇਸੇ ਤਰ੍ਹਾਂ ਨਾਮ ਹੈ ਘੋਰ ਦੁਖਿਅੰ ਅਣਕਹਤਿਅੰ ਜਨਮ ਦਰਿਦਰੰ ਮਹਾ ਬਿਖਾਦੰ ਮਿਟੰਤ ਸਗਲ ਸਮਨੁ ਹਰਿ ਨਾਮ ਨਾਨਕ ਜੈਸੇ ਕਾਸ਼ਟ ਪਸਮੰ ਕ੍ਰੋਧ ਸਾਧ ਸੰਗਤ ਜੀ। ਨਾਮ ਦਾ ਕੰਮ ਹੈ ਗੁਰੂ ਦੇ ਪਿਆਰਿਓ। ਘੋਰ ਦੁਖਿਅੰ, ਘੋਰ ਦੁੱਖ ਲੱਗੇ ਹੋਏ ਹੁਣ ਸਾਧ ਸੰਗਤ ਜੀ। ਅਧਿਆਤਮਕ ਦੁੱਖ, ਅਧਿਦੇਵ ਦੁੱਖ, ਅਧਿਭੂਤ ਦੁੱਖ ਸਾਧ ਸੰਗਤ ਜੀ ਲੱਗੇ ਹੋਏ ਹੁਣ ਗੁਰੂ ਦੇ ਪਿਆਰਿਓ। ਘੋਰ ਦੁਖੀ ਅਣਕਹਤਿਅੰ, ਕਈ ਤਰ੍ਹਾਂ ਤੇ ਹੱਤਿਆ ਕੀਤੀਆਂ ਹੁਣ ਸਾਧ ਸੰਗਤ ਜੀ। ਰਿਨ ਹੱਤਿਆ, ਕੰਨਿਆ ਹੱਤਿਆ, ਵਿਸ਼ਵਾਸ ਘਾਤ ਅਦਕਾਏ, ਗਊ ਬ੍ਰਾਹਮਣ ਮਾਰੀਆ, ਗੋਤਰੀ ਹੱਤ ਕਰਾਏ। 6 ਹੱਤਿਆ ਲਿਖੀਆਂ ਨੇ ਸ਼ਾਸਤਰਕਾਰਾਂ ਨੇ ਸਾਧ ਸੰਗਤ ਜੀ। ਇਹਨੀਆਂ ਕੀਤੀਆਂ ਹੋਈਆਂ ਹੁਣ ਰਿਨ ਹੱਤਿਆ, ਕੰਨਿਆ ਹੱਤਿਆ, ਵਿਸ਼ਵਾਸ ਘਾਤ ਅਦਕਾਏ, ਕਿਸੇ ਨੂੰ ਵਿਸ਼ਵਾਸ ਦੇਣਾ ਸਾਧ ਸੰਗਤ ਜੀ। ਤੇ ਭਾਵ ਗਊ ਬ੍ਰਾਹਮਣ ਅਣਕ ਹੱਤਿਆ, ਅਣਕ ਹੱਤਿਆ ਜਨਮ ਦਰਿਦਰੰ, ਜਨਮਾਂ ਜਨਮ ਦਾ ਦਰਿਦਰ ਲੱਗਾ ਹੋਏ ਸਰੀਰ ਨੂੰ ਸਾਧ ਸੰਗਤ ਜੀ। ਦਲਿਦਰ ਕਿੰਨਾ ਕੁ, ਇਹ ਮੰਜਾ ਹੈ, ਇਹ ਥੱਲੇ ਗੜਵਾ ਪਿਆ ਹੈ, ਪਿਆਸ ਲੱਗੀ ਹੈ, ਆਲੇ ਦੁਆਲੇ ਵੇਖੀ ਜਾਂਦਾ ਹੈ, ਕੋਈ ਆਵੇ ਤੇ ਮੈਨੂੰ ਗੜਵਾ ਪਾਣੀ ਦਾ ਫੜਾਵੇ, ਮੈਂ ਉਥੋਂ ਪਾਣੀ ਦਾ ਗੜਵਾ ਨਹੀਂ, ਪਾਣੀ ਦਾ ਗਲਾਸ ਨਹੀਂ ਪੀ ਸਕਦਾ ਸਾਧ ਸੰਗਤ ਜੀ। ਇਹਨਾਂ ਦਲਿਦਰ ਆ ਗੁਰੂ ਦੇ ਪਿਆਰਿਓ। ਇਸ਼ਨਾਨ ਕਰਨਾ ਹੈ, ਆਪਣੇ ਪਰਿਵਾਰ ਵੱਲੋਂ ਪਿਆ ਵੇਖਦਾ, ਮੈਨੂੰ ਬਾਲਟੀ ਪਾਣੀ ਦੀ ਭਰ ਕੇ ਦੇ ਦਿਓ, ਪਿਆ ਤਰਲੇ ਕਰਦਾ ਸਾਧ ਸੰਗਤ ਜੀ। ਇਹਨਾਂ ਵੀ ਨਹੀਂ ਕਰ ਸਕਦੇ ਆਪਾਂ ਗੁਰੂ ਦੇ ਪਿਆਰਿਓ। ਆਪਣੀ ਔਰਤ ਵੱਲੋਂ ਵੇਖ, ਬੱਚੀ ਬਚੋ, ਉਹਨੂੰ ਨੌਕਰ, ਮੈਨੂੰ ਬਾਲਟੀ ਭਰ ਦੇ ਸਾਧ ਸੰਗਤ ਜੀ। ਇਹਨਾਂ ਵੀ ਨਹੀਂ ਕਰਦੇ ਗੁਰੂ ਦੇ ਪਿਆਰੇ। ਇਹਨਾਂ ਦਲਿਦਰ ਪਿਆ ਹੋਵੇ ਸਾਧ ਸੰਗਤ ਜੀ। ਕਹਿੰਦੇ ਨੇ ਘੋਰ ਦੁਖਿਅੰ ਅਣਕ ਹੱਤਿਅੰ ਜਨਮ ਦਰਿਦਰੰ ਮਹਾ ਬਿਖਾਦੰ, ਸੰਸਾਰ 'ਚ ਬੜੇ ਬੜੇ ਲੜਾਈ ਝਗੜੇ ਚੱਲਦੇ ਹੁਣ ਸਾਧ ਸੰਗਤ ਜੀ। ਕਹਿੰਦੇ ਨੇ ਘੋਰ ਦੁਖਿਅੰ ਅਣਕ ਹੱਤਿਅੰ ਜਨਮ ਦਰਿਦਰੰ ਮਹਾ ਬਿਖਾਦੰ ਮਿਟੰਤ ਸਗਲ ਸਿਮਰੰਤ ਹਰਿ ਨਾਮ ਨਾਨਕ। ਇਹ ਇਸੇ ਤਰ੍ਹਾਂ ਖਤਮ ਹੋ ਜਾਂਦੇ ਨੇ ਜਿਵੇਂ ਕਿ ਇੱਕ ਸੈਂਕੜੇ ਹਜ਼ਾਰਾਂ ਲੱਖਾਂ ਮਣ ਲੱਕੜਾਂ ਦਾ ਟਾਲ ਪਿਆ ਹੋਵੇ ਨਾ, ਤੇ ਇੱਕ ਲੱਕੜੀ ਇੱਕ ਸੀਖ ਡੱਬੀ ਦੀ ਘਸਾ ਕੇ ਲਾ ਦਿਓ ਤਾਂ ਸਾਰਾ ਸੜ ਕੇ ਸੁਆਹ ਹੋ ਜਾਂਦਾ ਸਾਧ ਸੰਗਤ 'ਚ। ਇਸੇ ਤਰ੍ਹਾਂ ਖਤਮ ਹੋ ਜਾਂਦੇ ਗੁਰੂ ਦੇ ਪਿਆਰੇ। ਕੌਣ ਕਰਦਾ? ਨਾਮ ਕਰਦਾ ਸਾਧ ਸੰਗਤ 'ਚ। ਇਹਦਾ ਵੱਖਰਾ ਕੰਮ ਹੈ ਗੁਰੂ ਦੇ ਪਿਆਰਿਓ। ਦਾਨ, ਇਹ ਤੁਹਾਡਾ ਦਾਨ ਦਾ ਕੰਮ ਹੈ ਸਾਧ ਸੰਗਤ। ਜਾਂ ਤੁਹਾਨੂੰ ਸੁੱਖ ਮਿਲਦਾ ਪਿਆ ਗੁਰੂ ਦੇ ਪਿਆਰਿਓ। ਇਹਦੇ ਨਾਲ ਸੱਚ ਖਿਮਾ ਰੱਖਿਓ ਜੇ। ਜਿੰਨਾ ਮਰਜੀ ਮਨੁੱਖ ਨਾਮ ਜਪ ਲਏ, ਜਿੰਨਾ ਮਰਜੀ ਦਾਨ ਕਰ ਲਵੇ, ਜਿੰਨਾ ਮਰਜੀ ਇਸ਼ਨਾਨ ਕਰ ਲਵੇ, ਜਿੰਨਾ ਤੇ ਸੱਚ ਨਹੀਂ ਬੋਲਦੇ ਅੰਤਸ਼ਕਰਨ ਸ਼ੁੱਧ ਨਹੀਂ ਹੋਣਾ ਸਾਧ ਸੰਗਤ 'ਚ। ਤਕਨੀਕ ਹੈ ਮੇਰੀ ਗੁਰੂ ਦੇ ਪਿਆਰਿਓ। ਇਸ ਅੰਤਸ਼ਕਰਨ ਨੂੰ ਕਿਸ ਨੇ ਸ਼ੁੱਧ ਕਰਨਾ ਹੈ? ਸੱਚ ਨੇ ਗੁਰੂ ਦੇ ਪਿਆਰਿਓ। ਉਹ ਹੀ ਸਾਡੇ ਤੋਂ ਦੂਰ ਤੁਰ ਗਿਆ ਗੁਰੂ ਦੇ ਪਿਆਰਿਓ। ਇਸ ਵਾਸਤੇ ਇਹਨਾਂ ਦੇ ਵੱਖੋ ਵੱਖ ਕੰਮ ਨੇ ਸਾਧ ਸੰਗਤ 'ਚ। ਗੁਰੂ ਨਾਨਕ ਸੱਚੇ ਪਾਤਸ਼ਾਹ ਨਾਮ ਜਪਣ ਦਾ, ਦਾਨ ਕਰਨ ਦਾ, ਉਪਦੇਸ਼ ਕਰਨ, ਇਸ਼ਨਾਨ ਕਰਨ ਦਾ, ਜਿਹੜੇ ਕਿ 3 ਕੰਮ ਨੇ ਗੁਰਮੁਖ ਦੇ ਗੁਰੂ ਦੇ ਪਿਆਰਿਓ। ਇਹਨਾਂ ਤਿੰਨਾਂ ਤੇ ਬੜਾ ਜ਼ੋਰ ਦੇ ਰਹੇ ਹਨ। ਜਹ ਤੈ ਕੀਰਤਨ ਕੀਰਤਨ ਹੋਤੀ। ਫਿਰ ਸੱਚੇ ਪਾਤਸ਼ਾਹ ਕੀਰਤਨ ਕਰਦੇ ਨੇ ਸਾਧ ਸੰਗਤ 'ਚ। ਕੀਰਤਨ ਇਹ ਨਹੀਂ ਭਈ ਢੋਲਕੀ ਛਾਣ ਵਾਲੇ ਕੀਰਤਨ ਹੁੰਦਾ ਸਾਧ ਸੰਗਤ 'ਚ। ਜਿੱਥੇ ਵੀ ਤੁਸੀਂ ਗੁਰੂ ਦਾ ਜਸ ਕਰਨਾ ਸ਼ੁਰੂ ਕਰ ਦਿਓ, ਕੀਰਤਨ ਹੋ ਗਿਆ ਸ਼ੁਰੂ ਸਾਧ ਗੁਰੂ ਦੇ ਪਿਆਰੇ। 2 ਸਿੱਖ ਇਕੱਠੇ ਹੋ ਕੇ ਗੁਰੂ ਦੀ ਸਿਫਤ ਕਰਨੀ ਸ਼ੁਰੂ ਕਰ ਦੇਣ, ਬਸ ਉਹ ਕੀਰਤਨ ਹੈ ਗੁਰੂ ਦੇ ਪਿਆਰਿਓ। ਗੁਰੂ ਦੀ ਸਿਫਤ ਦਾ ਨਾਮ ਕੀਰਤਨ ਹੈ ਸਾਧ ਸੰਗਤ ਜੀ। ਇਸ ਵਾਸਤੇ ਸਤਿਗੁਰੂ ਦੀ ਸਿਫਤ ਕਰਦੇ ਹਨ, ਭਗਵਾਨ ਦੀ ਸਿਫਤ ਕਰਦੇ ਹਨ। ਸਮਤ ਭਗਤ ਮੈਂ ਅਧਿਕ ਅਦੋਤੀ। ਜਦੋਂ ਫਿਰ ਉਹ ਸਿਫਤ ਕਰਦੇ ਨੇ, ਫਿਰ ਸੰਗਤਾਂ 'ਚ ਸਮਤ ਪੈਦਾ ਹੁੰਦੀ ਹੈ ਸਾਧ ਸੰਗਤ 'ਚ। ਬਸ ਆਹ ਗੱਲ ਜੇ ਗੁਰੂ ਦੇ ਪਿਆਰਿਓ। ਇਹ ਜਿਹੜੇ ਤੁਹਾਡਾ ਸਥਾਨ ਹੈ ਨਾ, ਇਹ ਕਿਸ ਤਰ੍ਹਾਂ ਦਾ ਗੁਰੂ ਦੇ ਪਿਆਰਿਓ? ਇਹ ਸਮਤ ਪੈਦਾ ਕਰਦਾ, ਸ੍ਰੇਸ਼ਟ ਮੱਤ ਪੈਦਾ ਕਰਦਾ ਸਾਧ ਸੰਗਤ। ਸ੍ਰੇਸ਼ਟ ਮੱਤ ਕਿਹੜੀ? ਉਸ ਅਕਾਲ ਪੁਰਖ ਨੇ ਆਪਾਂ ਨੂੰ ਮਨੁੱਖਾਂ ਦੇ ਦਿੱਤੀ ਹੈ ਸਾਧ ਸੰਗਤ 'ਚ। ਆਪਣੇ ਨੂੰ ਸਫਲ ਕਿਸ ਤਰ੍ਹਾਂ ਕਰਨਾ ਗੁਰੂ ਦੇ ਪਿਆਰਿਓ? ਇਸ ਮੱਤ ਹੈ ਸਾਧ ਸੰਗਤ 'ਚ। ਸਾਡੇ ਮਾਤਾ ਪਿਤਾ ਦੀ ਬਰਾਦਰੀ ਦੇ ਵਿੱਚ, ਪਰਿਵਾਰ ਦੇ ਵਿੱਚ ਜਾਂ ਸਮਾਜ 'ਚ ਇੰਨੀ ਕੁ ਇੱਜ਼ਤ ਹੈ, ਅਸੀਂ ਉਹਨੂੰ ਵਧਾਈਏ। ਨਮਸਕਾਰ ਜੀ, ਉਹਨੂੰ ਵਧਾਈਏ। ਇਹ ਸਮਤ ਹੈ ਸਾਧ ਸੰਗਤ 'ਚ। ਸਮਤ ਪ੍ਰਾਪਤ ਹੁੰਦੀ ਹੈ ਗੁਰੂ ਦੇ ਪਿਆਰੇ। ਇੱਥੇ ਇੱਕ ਦਾਸ ਤੁਹਾਨੂੰ ਆਪਣੀ ਤਕਨੀਕ ਦੱਸਣ ਲੱਗਾ ਸਾਧ ਸੰਗਤ 'ਚ। ਤਕਨੀਕ ਗੁਰੂ ਦੇ ਪਿਆਰੇ। ਇੱਕ ਸਦੀਆਂ ਤੋਂ ਗੱਲ ਤੁਰੀ ਆਉਂਦੀ ਹੈ ਵੀ ਸਦੀਆਂ ਤੋਂ। ਕਿਹੜੀ ਗੱਲ? ਨਾਮ ਜਪੋ, ਤੁਹਾਡਾ ਪਰਲੋਕ ਸੁਧਰੇਗਾ, ਤੁਹਾਡਾ ਅੱਗਾ ਸੁਧਰੇਗਾ। ਬਾਣੀ ਪੜ੍ਹੋ, ਤੁਹਾਡਾ ਪਰਲੋਕ, ਤੁਹਾਡਾ ਅੱਗਾ ਸੁਧਰੇਗਾ। ਤੁਸੀਂ ਸਾਸੰਗ ਕਰੋ,
ਤੁਹਾਡਾ ਪ੍ਰਲੋਕ, ਤੁਹਾਡਾ ਅੱਗਾ ਸੁਧਰੇਗਾ। ਤੁਸੀਂ ਦਾਨ ਪੁੰਨ ਕਰੋ, ਤੁਹਾਡਾ ਅੱਗਾ ਪ੍ਰਲੋਕ ਸੁਧਰੇਗਾ। ਇਹ ਸੈਂਕੜੇ ਸਾਲਾਂ ਤੋਂ, ਹਜ਼ਾਰਾਂ ਸਦੀਆਂ ਤੋਂ ਇਹ ਪ੍ਰਚਾਰਕਾਂ ਨੇ ਸਾਡੇ 'ਚ ਗੱਲ ਧਸਾ ਦਿੱਤੀ ਹੈ ਸਾਧ ਸੰਗਤ 'ਚ। ਇਹ ਮੇਰੀ ਤਕਨੀਕ ਜੇ, ਦਾਵਾ ਕੋਈ ਨਹੀਂ, ਪਰ ਹੁਣ ਧਿਆਨ ਦਿਓ ਜਿਹੜਾ ਗੱਲ ਦਾ ਸਾਧ ਸੰਗਤ 'ਚ। ਭਾਵ ਮੈਂ ਤੁਹਾਡੇ ਤੇ ਸਵਾਲ ਕਰ ਦਿੰਦਾ, ਤੁਸੀਂ ਇੱਥੇ ਕਦ ਵਾਸਤੇ ਆਏ ਹੋ? ਮੈਂ ਸਵਾਲ ਕਰਨਾ ਸਾਧ ਸੰਗਤ 'ਚ। ਤੁਹਾਨੂੰ ਕੋਈ ਪੁੱਛੇ ਰਸਤੇ ਵਿੱਚ ਤੁਸੀਂ ਗੱਡੀਆਂ ਬੱਸਾਂ ਤੇ ਆਉਂਦੇ ਹੋ ਪਏ, ਜਿਵੇਂ ਜਿਵੇਂ ਤੁਹਾਨੂੰ ਸਾਧਨ ਦਿੱਤੇ ਨੇ, ਤੁਹਾਨੂੰ ਪੁੱਛਣਾ ਕਿੱਥੇ ਚੱਲਿਆ? ਸਾਸੰਗ ਚੱਲਿਆ। ਕਾਹਦੇ ਵਾਸਤੇ? ਕੀ ਆਖੋਗੇ? ਆਪਣਾ ਪ੍ਰਲੋਕ, ਆਪਣਾ ਅੱਗਾ ਸਵਾਰਨ ਵਾਸਤੇ ਹੀ ਜਵਾਬ ਦਿਓਗੇ ਨਾ। ਪਰ ਮੇਰੀ ਦਾਸ ਦੀ ਬੇਨਤੀ ਪੂਰਾ ਖਿਆਲ ਰੱਖਿਓ ਜੇ, ਮੈਂ ਜੁੜੇ ਰਹੋ ਜੇ ਮੇਰੇ ਨਾਲ। ਉਹ ਜਿਹੜੇ ਪ੍ਰਚਾਰਕਾਂ ਨੇ ਸਾਡੇ ਅੰਦਰ ਗੱਲ ਧਸਾ ਦਿੱਤੀ ਹੈ, ਕਿਉਂਕਿ ਮੇਰੀ ਥਿਊਰੀ ਦੇ ਉਲਟੇ, ਮੈਂ ਇਹਦੇ ਨਾਲ ਨਹੀਂ ਸਾਧ ਸੰਗਤ 'ਚ, ਮੇਰੀ ਥਿਊਰੀ ਉਲਟ ਹੈ ਇਹਦੇ। ਉਹ ਜਿਹੜੇ ਪ੍ਰਚਾਰਕਾਂ ਨੇ ਧਸਾ ਦਿੱਤੀ ਹੈ ਸਾਡੇ ਗੱਲ ਅੰਦਰ, ਤੁਹਾਡਾ ਪ੍ਰਲੋਕ ਸੁਧਰੇਗਾ, ਤੁਹਾਡਾ ਅੱਗਾ ਸੁਧਰੇਗਾ। ਤੇ ਮੈਂ ਤੁਹਾਡੇ ਚਰਨ 'ਚ ਬੇਨਤੀ ਕਰਨਾ ਉਹਨਾਂ ਪ੍ਰਚਾਰਕਾਂ ਨੂੰ, ਤੇ ਤੁਸੀਂ ਵੀ ਜੇ ਇਸ ਗੱਲ ਨਾਲ ਮੇਰੇ ਨਾਲ ਸਹਿਮਤ ਹੋ, ਤੁਹਾਨੂੰ ਪਤਾ ਸਾਡਾ ਅੱਗਾ ਖਰਾਬ ਹੈ, ਪਤਾ ਤੁਹਾਨੂੰ, ਆਖੀ ਨਹੀਂ ਜਾਂਦੇ ਹੋ ਪਏ ਆਪਣਾ ਅੱਗਾ ਸਵਾਰਨ ਵਾਸਤੇ ਚੱਲੇ ਆ, ਪ੍ਰਲੋਕ ਸਵਾਰਨ ਵਾਸਤੇ ਕਰਨੇ ਆ ਪਏ, ਆਖੀ ਨਹੀਂ ਜਾਂਦੇ ਹੋ। ਹੁਣ ਆਪਾਂ ਇਸ ਗੱਲ 'ਤੇ ਵਿਚਾਰ ਕਰ ਲਈਏ, ਜੇ ਸਾਡਾ ਅੱਗਾ ਖਰਾਬ ਹੁੰਦਾ, ਇਹ ਮਨੁੱਖਾਂ ਦੇ ਮਿਲਦੀ ਸਾਨੂੰ? ਜੇ ਸਾਡਾ ਅੱਗਾ ਖਰਾਬ ਹੁੰਦਾ ਤੇ ਆਹ ਹੁਸਨ, ਆਹ ਸੁੰਦਰਤਾ, ਜਵਾਨੀ ਮਿਲਦੀ ਸਾਨੂੰ? ਜੇ ਸਾਡਾ ਅੱਗਾ ਖਰਾਬ ਹੁੰਦਾ, ਆਹ ਧੀਆਂ ਪੁੱਤਰ ਪਰਿਵਾਰ ਸਾਨੂੰ ਮਿਲਦੇ ਸਾਧ ਸੰਗਤ 'ਚ? ਜੇ ਸਾਡਾ ਅੱਗਾ ਖਰਾਬ ਹੁੰਦਾ, ਆਹ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਸਾਨੂੰ? ਜੇ ਸਾਡਾ ਅੱਗਾ ਖਰਾਬ ਹੁੰਦਾ, ਆਹ ਨਾਮ, ਆਹ ਦਾਨ, ਆਹ ਇਸ਼ਨਾਨ, ਆਹ ਸਾਧ ਸੰਗ ਪ੍ਰਾਪਤ ਕਰਨ ਦਾ ਇਹ ਸਮਾਂ ਮਿਲਦਾ ਸਾਨੂੰ? ਜੇ ਸਾਡਾ ਅੱਗਾ ਖਰਾਬ ਹੁੰਦਾ ਤਾਂ ਸਾਧ ਸੰਗਤ 'ਚ ਆਖੀ ਜਾਂਦੇ ਹੋ ਪਏ। ਉਹਨਾਂ ਪ੍ਰਚਾਰਕਾਂ ਨੇ ਅੰਦਰ ਧਸਾ ਦਿੱਤੀ ਹੈ ਸਾਡੇ ਗੱਲ ਸਾਧ ਸੰਗਤ 'ਚ, ਪਰ ਮੇਰੇ ਥਿਊਰੀ ਉਲਟ ਹੈ ਗੁਰੂ ਦੇ ਪਿਆਰ। ਮੇਰੀ ਥਿਊਰੀ ਜਿਹੜੀ ਹੈ ਸਾਧ ਸੰਗਤ 'ਚ, ਮੈਂ ਇਹਦੇ ਨਾਲ ਸਹਿਮਤ ਨਹੀਂ ਗੁਰੂ ਦੇ ਪਿਆਰੇ। ਹੁਣ ਮੈਨੂੰ ਪੁੱਛੋ ਵੀ ਤੇਰਾ ਕੀ ਅਰਥ ਹੈ? ਇਸ ਗੱਲ ਦਾ ਅਰਥ ਹੈ ਤੇਰਾ, ਸੱਜਣੋ, ਨਾਮ ਜਪ ਕੇ, ਬਾਣੀ ਪੜ੍ਹ ਕੇ, ਕਥਾ ਕੀਰਤਨ ਕਰਕੇ, ਸਾਸੰਗ ਕਰਕੇ ਆਪਾਂ ਨੇ ਐਸ ਲੋਕ ਨੂੰ ਸਵਾਰਨਾ, ਐਸ ਲੋਕ ਨੂੰ। ਪ੍ਰਲੋਕ ਤੇ ਕਿਸੇ ਦਾ ਖਰਾਬ ਹੈ ਹੀ ਨਹੀਂ ਸਾਥ। ਹੁਣ ਕਰਨੇ ਆਪੇ ਗੁਰੂ ਦੇ ਪਿਆਰੇ ਹੋ, ਕਿਸੇ ਦਾ ਪ੍ਰਲੋਕ ਨਹੀਂ ਖਰਾਬ, ਹੁਣ ਕਰਨੇ ਆਪੇ। ਇਸ ਵਾਸਤੇ ਜਿਹਦਾ ਇਹ ਲੋਕ ਸੁਧਰ ਗਿਆ, ਪ੍ਰਲੋਕ ਆਪਣੇ ਆਪ ਹੀ ਸੁਧਰ ਜਾਣਾ ਸਾਧ ਸੰਗਤ 'ਚ, ਆਪਣੇ ਆਪ ਹੀ ਗੁਰੂ ਦੇ ਪਿਆਰੇ। ਕਿ ਹਜ਼ੂਰ ਪਾਤਸ਼ਾਹ ਕਹਿੰਦੇ ਲੋਕ ਸੁਖੀ ਤੇ ਪ੍ਰਲੋਕ ਸੇ ਹਿੱਲੇ ਸਾਧ ਸੰਗਤ 'ਚ। 1 ਘੰਟਾ ਨਾਮ ਜਪਿਆ ਤੇ 24 ਘੰਟੇ ਝੂਠ। 1 ਘੰਟਾ ਨਾਮ ਜਪਿਆ, ਨਾ ਧੀ ਨਾ ਭੈਣ ਨਾ ਬਗਾਨੀ ਕੱਖ ਨਾ, ਤੇ ਅੱਗਾ ਸੁਧਰ ਸਵਾਰਨੇ ਪਏ ਸਾਧ ਸੰਗਤ 'ਚ। ਸਾਰੀ ਦਿਹਾੜੀ ਕੁਫਰ, ਸਾਰੀ ਦਿਹਾੜੀ ਝੂਠ, ਅੱਗਾ ਸੁਧਰ ਜਾਏਗਾ ਸਾਧ ਸੰਗਤ 'ਚ। ਖਿਮਾ ਰੱਖਿਓ ਜੇ, ਬੜੀ ਧਿਆਨ ਦੀ ਇੱਕ ਤੁਹਾਨੂੰ ਕਾਢ ਦੇਣ ਦਿੱਤੀ ਹੈ ਸਤਿਗੁਰੂ ਜਗਜੀਤ ਸਿੰਘ ਦੀ ਕਿਰਪਾ ਦੇ ਨਾਲ। ਕੋਈ ਲਕੀਰ ਦਾ ਫਕੀਰ ਨਹੀਂ, ਦੇਣ ਦੇਣਾ ਪਿਆ ਸਾਧ ਸੰਗਤ 'ਚ। ਜਿਹੜੀ ਹਜ਼ਾਰਾਂ ਸਾਲਾਂ ਤੋਂ ਗੱਲ ਤੁਰੀ ਆਉਂਦੀ ਪਈ ਗੁਰੂ ਦੇ ਪਿਆਰੋ, ਇਹ ਕਥਾ ਕੀਰਤਨ ਕਰਕੇ, ਸਾਸੰਗ ਕਰਕੇ ਐਸ ਲੋਕ ਨੂੰ ਸਵਾਰਨ ਦਾ ਯਤਨ ਕਰੋ, ਉਹਨੂੰ ਅਮਲ ਕਰਨ ਦਾ ਯਤਨ ਕਰੋ ਸਾਧ ਸੰਗਤ 'ਚ। ਜਦੋਂ ਆਹ ਲੋਕ ਸੁਧਰ ਗਿਆ, ਪ੍ਰਲੋਕ ਆਪਣੇ ਆਪ ਹੀ ਸੁਧਰ ਜਾਣਾ ਗੁਰੂ ਦੇ ਪਿਆਰੇ। ਪ੍ਰਲੋਕ ਕਿਸੇ ਦਾ ਨਹੀਂ ਖਰਾਬ ਸਾਡਾ ਸਾਧ ਸੰਗਤ 'ਚ। ਹੁਣ ਕਰਨੇ ਆਪੇ ਗੁਰੂ ਦੇ ਪਿਆਰੇ, ਹੁਣ ਕਰਨੇ ਆਪੇ ਸਾਧ ਸੰਗਤ। ਇਸ ਵਾਸਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਪਏ, ਕਹਿੰਦੇ ਨੇ ਐਸ ਲੋਕ ਨੂੰ ਸਵਾਰੋ ਸਾਰੇ ਸਾਧ ਸੰਗਤ 'ਚ। ਜਿੱਦਾਂ ਆਹ ਲੋਕ ਸੁਧਰ ਜਾਵੇਗਾ, ਪ੍ਰਲੋਕ ਆਪਣੇ ਆਪ ਹੀ ਸੁਧਰ ਜਾਣਾ ਸਾਧ ਸੰਗਤ 'ਚ। ਇਸ ਵਾਸਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ ਪਏ। ਜੈ ਜੈਕਾਰ ਕਰੇ ਚੌਫੇਰੇ, ਸਾਰੇ ਜੈ ਜੈਕਾਰ ਹੁੰਦੀ ਹੈ ਪਈ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰੂ ਨਾਨਕ ਜਨ ਸੁਣਿਆ ਪੇਖਿਆ, ਸੇ ਫਿਰ ਗਰਬਾਸ ਨਾ ਪਰਿਆ ਰੇ। ਸਾਰੇ ਧੰਨ ਗੁਰੂ ਨਾਨਕ ਕਰ ਰਹੇ ਹਨ। ਹੋਏ ਸ਼ਬਦ ਅਭਿਆਸ ਕਨੇਰੇ, ਸ਼ਬਦ ਦਾ ਅਭਿਆਸ ਕਰਿਆ ਕਰੋ ਸਾਧ ਸੰਗਤ ਜੀ, ਨਾਮ ਜਪਿਆ ਕਰੋ ਗੁਰੂ ਦੇ ਪਿਆਰਿਓ। ਸ਼ਬਦ ਦਾ ਅਭਿਆਸ ਕਰਦੇ ਨੇ, ਇਹ ਗੁਰੂ ਨਾਨਕ ਦੀ ਦੇਣ ਹੈ ਸਾਧ ਸੰਗਤ ਜੀ। ਹੁਣ ਤੁਸੀਂ ਵੇਖਿਆ ਨਾ, ਮੈਂ ਸਾਡੇ ਨਾਲ ਸਰਦਾਰ ਕੁਲਦੀਪ ਸਿੰਘ ਜੀ ਆਏ ਨੇ, ਇਹਨਾਂ ਦੇ ਘਰ ਲੰਗਰ ਸੀ ਸਾਡਾ ਸਾਧ ਸੰਗਤ 'ਚ, ਤੇ ਟੈਲੀਵਿਜ਼ਨ ਲੱਗਾ ਸੀ ਉੱਥੇ ਕੁਦਰਤੀ। ਉੱਥੇ ਨਾ ਐਸਾ ਖੁਰੇ ਪੰਜਾਬ ਮੇਰਾ ਰੇਡੀਓ ਖੁਰੇ ਲੱਗਾ, ਇਹ ਮੈਨੂੰ ਇੰਨਾ ਕੋਈ ਇਹ ਚੱਲਦਾ ਪਿਆ ਤੁਹਾਡੇ ਜਿਹੜਾ ਜੀ, ਤੇ ਕੰਨ 'ਚ ਦਿੰਦੇ ਨੇ ਜੀ, ਕੰਨਿਆ ਮੁੰਨਿਆ ਗੁਰੂ ਤੂੰ ਮੇਰਾ ਸਿੱਖ ਤੇ ਮੈਂ ਤੇਰਾ ਗੁਰੂ, ਇਸ ਤਰ੍ਹਾਂ ਪਏ ਉਹ ਕਰਨ ਪਏ ਗੱਲਾਂ ਸਾਧ ਸੰਗਤ ਟੈਲੀਵਿਜ਼ਨ ਦੇ ਵਿੱਚ। ਪਰ ਇੰਨਾ ਗੁੰਮਰਾਹ ਸਾਧ ਸੰਗਤ 'ਚ।
ਅੱਜ ਇਸ ਸੰਸਾਰ 'ਚ ਸਭ ਤੋਂ ਵੱਡਾ ਪਾਪ ਕਿਹੜਾ ਹੁੰਦਾ ਪਿਆ ਸੱਜਣੋ? ਜਿਹੜਾ ਝੂਠਾ ਪ੍ਰਚਾਰ ਤੇ ਨਜਾਇਜ਼ ਹੁੰਦਾ ਪਿਆ ਸਾਧ ਸੰਗਤ 'ਚ। ਲੋਕਾਂ ਦੇ ਜੀਵਨ ਬਰਬਾਦ ਹੁੰਦੇ ਨੇ ਪਏ ਗੁਰੂ ਦੇ ਪਿਆਰਿਓ। ਕਿਉਂਕਿ ਅੱਜ ਜਿਸ ਸਮੇਂ 'ਚ ਆਪਾਂ ਲੰਘਣੇ ਆ ਪਏ, ਇਹ ਸਮਾਂ ਕਿਸ ਤਰ੍ਹਾਂ ਦਾ ਹੈ? ਇਹ ਸਮਾਂ ਇਸ ਤਰ੍ਹਾਂ ਦਾ ਹੈ, ਕਦੇ ਬੜਾ ਪੁਰਾਣਾ ਅਖਾਣ ਸੀ ਸਾਡਾ, ਭਈ ਧਰਮ ਨਾਲੋਂ ਧੜਾ ਪਿਆਰਾ ਸਾਧ ਸੰਗਤ 'ਚ। ਹੁਣ ਸੱਜਣੋ ਆਪਾਂ ਕਿੱਥੇ ਆ ਖਲੋਤੇ ਹਾਂ? ਹੁਣ ਆਪਾਂ ਆ ਖਲੋਤੇ ਹਾਂ, ਹੁਣ ਧਰਮ ਨਹੀਂ ਪਿਆਰਾ, ਹੁਣ ਧੜਾ ਪਿਆਰਾ ਸਾਧ ਸੰਗਤ 'ਚ। ਹੁਣ ਆਪਾਂ ਇੱਥੇ ਆ ਖਲੋਤੇ ਗੁਰੂ ਦੇ ਪਿਆਰਿਓ। ਧੜੇ ਦੀ ਗੱਲ ਕਰੋ, ਧਰਮ ਜਾਂਦਾ ਤੇ ਜਾਣ ਦਿਓ ਸਾਧ ਸੰਗਤ 'ਚ, ਮਰਿਆਦਾ ਜਾਂਦੀ ਜਾਣ ਦਿਓ ਪਏ ਗੁਰੂ ਦੇ ਪਿਆਰੇ, ਪਰਵਾਹ ਨਾ ਕਰੋ ਕਿਸੇ ਗੱਲ ਦੀ, ਪਰ ਧੜਾ ਨਾ ਛੱਡਿਓ ਜੇ ਸਾਧ ਸੰਗਤ ਜੀ। ਇੱਥੇ ਧਰਮ ਹੈ ਨਹੀਂ ਗੁਰੂ ਦੇ ਪਿਆਰੇ। ਹੁਣ ਆਪਾਂ ਇੱਥੇ ਆ ਗਏ ਹਾਂ ਸਾਧ ਸੰਗਤ 'ਚ, ਔਰ ਚੱਲਦਾ ਪਿਆ ਪ੍ਰਚਾਰ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਸ ਸ਼ਬਦ ਨੂੰ ਇੰਨੀ ਮਾਨਤਾ ਦਿੱਤੀ, ਜਦੋਂ ਤੁਸੀਂ ਜਨਮ ਸਾਖੀ ਪੜ੍ਹੋਗੇ ਨਾ, ਉਸ ਜਨਮ ਸਾਖੀ 'ਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਔਰ ਜਦੋਂ ਵੀ ਬੱਚੇ ਦਾ ਜਨਮ ਹੁੰਦਾ ਹੈ, ਉਦੋਂ ਹੀ ਉਹਦੇ ਕੰਨ 'ਚ ਗੁਰਮੰਤਰ ਦੇ ਦਿਓ ਸਾਧ ਸੰਗਤ 'ਚ, ਉਦੋਂ ਹੀ ਗੁਰਮੰਤਰ ਦੇ ਦਿਓ। ਪਰ ਹੁਣ ਇਹ ਹਾਸੋ ਹੀ ਨਹੀਂ ਗੱਲ ਬਣ ਚੁੱਕੀ ਹੈ। ਸ਼ਰਤ ਇਸ ਗੱਲ ਦੀ ਵੀ ਉਹ ਜਿਹੜੀ ਕੋਲ ਉਸ ਟਾਈਮ ਤੇ ਬੱਚੇ ਦੇ ਜਨਮ ਦੇਣ ਤੇ ਟਾਈਮ ਤੇ ਔਰਤ ਹੈ, ਉਹਨੇ ਆਪ ਗੁਰਮੰਤਰ ਲਿਆ ਹੋਵੇ ਸਾਧ ਸੰਗਤ ਜੀ, ਸ਼ਬਦ ਲਿਆ ਹੋਵੇ ਗੁਰੂ ਦੇ ਪਿਆਰਿਓ। ਸ਼ਬਦ ਉਪਦੇਸ਼ ਦਾ ਨਾਂ ਹੈ ਗੁਰੂ ਦੇ ਪਿਆਰਿਓ, ਉਹਨੇ ਆਪ ਗੁਰਮੰਤਰ ਲਿਆ ਹੋਵੇ। ਇਸ ਵਾਸਤੇ ਪਤਾ ਨਹੀਂ ਬੱਚਾ ਘੰਟਾ 2 ਘੰਟੇ ਸੰਸਾਰ ਦੇ ਵਿੱਚ, ਕਿ ਦਿਨ ਹੈ ਕਿ 10 ਦਿਨ ਹੈ ਕਿ ਮਹੀਨਾ ਹੈ, ਜਾਂ 4 ਸਾਲ ਹੈ ਕਿ 100 ਸਾਲ ਹੈ, ਜੇ ਕੋਈ ਉਹਦਾ ਭਾਗ ਦੇ ਅਨੁਸਾਰ ਉਹਦੀ ਮੌਤ ਡੈਥ ਹੁੰਦੀ ਹੈ, ਵੀ ਜੇ ਉਹਦੇ ਕੰਨ 'ਚ ਗੁਰਮੰਤਰ ਦੇ ਦਿੱਤਾ, ਉਹਦਾ ਜੀਵਨ, ਉਹਦਾ ਗਰਭ ਜੂਨ ਸਫਲ ਹੋ ਜਾਏਗੀ ਸਾਧ ਸੰਗਤ 'ਚ। ਆਪਾਂ ਛੱਡ ਗਏ ਗੁਰੂ ਦੇ ਪਿਆਰੇ, ਦੂਰ ਚਲੇ ਗਏ ਸਾਧ ਸੰਗਤ 'ਚ। ਇੱਥੇ ਨਹੀਂ, ਜਦੋਂ ਤੁਸੀਂ ਇਸਲਾਮ ਧਰਮ ਨੂੰ ਪੜ੍ਹੋਗੇ, ਕੁਰਾਨ ਸ਼ਰੀਫ ਨੂੰ ਪੜ੍ਹੋਗੇ, ਕੁਰਾਨ ਸ਼ਰੀਫ ਨੇ ਇਸ ਗੱਲ ਦਾ ਸਿਧਾਂਤ ਦਿੱਤਾ ਹੈ, ਜਿੰਨਾ ਚਿਰ ਉਹ ਜਿਹੜਾ ਬੱਚੇ ਨੇ ਜਨਮ ਲਿਆ, ਉਹਦੇ ਕੰਨ 'ਚ ਤੁਸੀਂ ਬਾਂਗ ਨਹੀਂ ਦੇ ਦਿੰਦੇ, ਮਾਂ ਉਹਨੇ 'ਚ ਸ਼ੀਰ ਹੀ ਨਹੀਂ ਦਿੰਦੀ ਉਹਨੂੰ ਸਾਧ ਸੰਗਤ 'ਚ। ਕੁਰਾਨ ਸ਼ਰੀਫ ਇਹ ਕਹਿੰਦਾ ਪਿਆ ਗੁਰੂ ਦੇ ਪਿਆਰਿਓ। ਉਹੀ ਗੱਲ ਹੈ ਜਨਮ ਸਾਖੀ ਗੁਰੂ ਨਾਨਕ ਕਹਿੰਦੇ ਨੇ, ਪਰ ਸਤਿਗੁਰੂ ਰਾਮ ਸਿੰਘ ਸਿਧਾਂਤ ਕਹਿੰਦਾ ਪਿਆ ਗੁਰੂ ਦੇ ਪਿਆਰਿਓ। ਇਸ ਵਾਸਤੇ ਸੱਚੇ ਪਾਤਸ਼ਾਹ ਕਿਰਪਾ ਕਰਨ ਸੱਜਣੋ, ਅੱਜ ਇਹੋ ਜਿਹੇ ਪ੍ਰਚਾਰ ਚੱਲਦੇ ਨੇ ਪਏ, ਇਹੋ ਜਿਹੇ ਪ੍ਰਚਾਰ ਹੁੰਦੇ ਨੇ ਪਏ, ਜਿਹੜੇ ਸੰਸਾਰ ਦੇ ਲੋਕ ਭੋਲੇ ਭਾਲੇ ਇਹੋ ਜਿਹੇ ਰਾਹ ਪੈ ਗਏ ਨੇ ਸੱਜਣੋ। ਉਹ ਐਸੇ ਕੁਰਾਹ ਪੈ ਗਏ ਨੇ, ਰਾਹ ਤੇ ਆਉਂਦੇ ਹੀ ਨਹੀਂ ਸਾਧ ਸੰਗਤ ਜੀ, ਉਹ ਆਉਂਦੇ ਹੀ ਨਹੀਂ ਗੁਰੂ ਦੇ ਪਿਆਰੇ। ਹੋ ਕੁਛ ਆਖੀ ਜਾਓ ਤੁਸੀਂ ਭਾਵੇਂ ਸਾਧ ਸੰਗਤ ਜੀ, ਕੁਛ ਆਖੀ ਜਾਓ ਗੁਰੂ ਦੇ ਸਾਧ ਸੰਗਤ ਜੀ। ਦਾਸ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਮੈਨੂੰ ਹਜ਼ੂਰ ਸਾਹਿਬ ਭੇਜਿਆ। ਇਹਦੀ ਗੱਲ ਫਿਰ ਮੈਂ ਕਰਾਂਗਾ, ਮੈਂ ਇਸ਼ਾਰਾ ਕਰਨ ਲੱਗਾ, ਉੱਥੇ ਨਾ ਦੀਵਾਰਾਂ ਤੇ ਲਿਖਿਆ ਹੈ, ਦੇ ਤਾਰੀਖ ਕਿਸੇ ਨੂੰ ਨਾ ਮੱਥਾ ਨਹੀਂ ਟੇਕਣਾ ਸਾਧ ਸੰਗਤ, ਕੰਧਾਂ ਤੇ ਲਿਖ ਛੱਡਿਆ ਸਾਧ ਸੰਗਤ 'ਚ, ਕੰਧਾਂ ਤੇ ਗੁਰੂ ਦੇ ਪਿਆਰੇ। ਹੁਣ ਕੀ ਆਖੀਏ, ਉਹ ਗੁਰਬਾਣੀ ਤੇ ਅਮਲ ਕਰਨੇ ਪਏ ਕਿ ਆਪਣੇ ਧੜੇ ਦਾ ਪ੍ਰਚਾਰ ਕਰਨੇ ਪਏ ਸਾਧ ਸੰਗਤ 'ਚ, ਔਰ ਲੱਗ ਗਏ ਅਸੀਂ ਗੁਰੂ ਦੇ ਪਰ ਉੱਥੇ ਲੱਗ ਗਏ ਸਾਧ ਸੰਗਤ 'ਚ। ਇਸ ਵਾਸਤੇ ਸੱਚੇ ਪਾਤਸ਼ਾਹ ਗੁਰੂ ਨਾਨਕ ਸੱਚੇ ਪਾਤਸ਼ਾਹ ਸ਼ਬਦ ਦਾ, ਨਾਮ ਦਾ ਅਭਿਆਸ ਕਰਾਉਂਦੇ ਹਨ, ਕਿਉਂਕਿ ਨਾਮ ਮੈਲਾ ਬ੍ਰਹਮਾ, ਮੈਲਾ ਇੰਦ, ਰਵ ਮੈਲਾ, ਮੈਲਾ ਹੈ ਚੰਦ, ਮੈਲਾ ਮਲਤਾ ਇਹੋ ਸੰਸਾਰ, ਇੱਕ ਹਰ ਨਿਰਮਲ ਜਾਕਾ ਅੰਤ ਨਾ ਪਾਰ, ਮੈਲੇ ਬ੍ਰਾਹਮੰਡਾਏ ਕੈ ਈਸ, ਮੈਲੇ ਨਿਸਬਾਸਰ ਦਿਨ ਤੀਸ, ਮੈਲਾ ਮੋਤੀ ਮੈਲਾ ਹੀਰ, ਮੈਲਾ ਪਵਨ ਪਾਵ ਕਰ ਨੀਰ, ਮੈਲੇ ਸ਼ਿਵ ਸ਼ੰਕਰਾ ਮਹੇਸ਼, ਮੈਲੇ ਸਿੱਧ ਸਾਧ ਕਰ ਭੇਖ, ਮੈਲੇ ਜੋਗੀ ਜੰਗਮ ਜਟਾ ਸਮੇਤ, ਮੈਲੀ ਕਾਇਆ ਹੰਸ ਸਮੇਤ, ਕਹਿ ਕਬੀਰ ਤੇ ਜਨ ਪ੍ਰਵਾਨ, ਨਿਰਮਲ ਤੇ ਜੋ ਰਾਮ ਮੈਂ ਜਾਣ ਸਾਧ ਸੰਗਤ 'ਚ। ਉਹ ਪਵਿੱਤਰ ਨੇ ਗੁਰੂ ਦੇ ਪਿਆਰੇ, ਜਿਹੜੇ ਭਗਵਾਨ ਦਾ ਨਾਮ ਜਪਦੇ ਨੇ ਸਾਧ ਸੰਗਤ ਜੀ। ਜਦੋਂ ਤੁਸੀਂ ਨਾ ਭਾਈ ਸੂਰਜ ਪ੍ਰਕਾਸ਼ ਨੂੰ ਪੜ੍ਹੋਗੇ ਨਾ, ਤੇ 6ਵੇਂ ਪਾਤਸ਼ਾਹ ਦੇ ਟਾਈਮ ਤੇ ਇੱਕ ਬੜੀ ਮਿਸਾਲ ਹੁੰਦੀ ਸਾਧ ਸੰਗਤ 'ਚ। ਇੱਕ ਭਾਈ ਭਾਨੂ, ਬਹਲ ਤੇ ਬਸੰਤ, ਇਹ 3 ਸਿੱਖ ਲਿਖਿਆ ਸਾਧ ਸੰਗਤ 'ਚ। ਇਹ ਗੁਰੂ ਹਰਗੋਬਿੰਦ ਸਾਹਿਬ ਚਰਨ ਜੀ ਹਾਜ਼ਰ ਹੋਏ ਜਾ ਕੇ ਸਾਧ ਸੰਗਤ ਜੀ, ਕਹਿੰਦੇ ਸੱਚੇ ਪਾਤਸ਼ਾਹ ਅਸੀਂ ਆਏ ਸਾਂ ਸ਼ੰਕਿਆਂ ਨੂੰ ਦੂਰ ਕਰਨ ਦੇ ਵਾਸਤੇ, ਇਹਨਾਂ ਭਰਮਾਂ ਦੀ ਨਿਵਰਤੀ ਕਰਨ ਵਾਸਤੇ। ਤੇ ਸੱਚੇ ਪਾਤਸ਼ਾਹ ਤੇ ਸ਼ੰਕੇ 'ਚ ਪੈ ਗਏ ਆ, ਅਸੀਂ ਤਾਂ ਭਰਮਾਂ 'ਚ ਪੈ ਗਏ ਆ। ਕਿਉਂਕਿ ਜਿਹੜੇ 4 ਬੰਦੇ ਨੇ ਨਾ, ਇਹਨਾਂ ਨੂੰ ਗਿਆਨ ਨਹੀਂ ਹੁੰਦਾ, ਨਾ ਗਿਆਨ ਦੇ ਹੋਣ ਦੇ ਕਾਰਨ ਉਹਨੂੰ ਮੁਕਤੀ ਨਹੀਂ ਮਿਲਦੀ ਸਾਧ ਸੰਗਤ 'ਚ। ਜਿਹੜੇ 4 ਬੰਦੇ ਨੇ ਗੁਰੂ ਦੇ ਪਿਆਰੇ, ਆ ਮੇਰੀ ਗੱਲ ਦਾ ਧਿਆਨ ਕਿ ਉਹਦੇ ਵਿੱਚ ਆਪਣੇ ਵੇਖ ਕੇ ਹੋਏ, ਆਪਣੇ ਵਿੱਚ ਜਿਹੜਾ ਅਸ਼ਰਧਾਲੂ ਬੰਦਾ ਸਾਧ ਸੰਗਤ 'ਚ, ਕਿਸੇ ਦੀ ਸ਼ਰਧਾ ਹੀ ਨਹੀਂ ਵੱਜਦੀ ਗੁਰੂ ਦੇ ਪਿਆਰੇ। ਕੋਈ ਵੇਦ ਗ੍ਰੰਥ ਪੜ੍ਹ ਲੈਂਦਾ, ਜਾਂ ਕੋਈ ਸਾਧੂ ਮਹਾਤਮਾ ਗੁਰੂ ਕੇ ਦਰਸ਼ਨ ਕਰਦਾ, ਕਿੰਤੂ ਹੀ ਪਿਆ ਕਰਦਾ ਪਿਆ, ਪਖੰਡ ਸਾਰਾ ਇਹ ਕੀ ਬਣਾਇਆ, ਸ਼ਰਧਾ ਨਹੀਂ ਕਿਸੇ ਤੇ ਵੱਜਦੀ ਸਾਧ ਸੰਗਤ ਜੀ। ਅਸ਼ਰਧਾਲੂ। ਦੂਸਰਾ ਅਗਿਆਨੀ, ਆਪਣੀ ਮੱਤ ਨੂੰ ਅੱਗੇ ਰੱਖਦਾ ਸਾਧ ਸੰਗਤ 'ਚ, ਛੱਡਦਾ ਹੀ ਨਹੀਂ ਆਪਣੀ ਮੱਤ ਗੁਰੂ ਦੇ ਪਿਆਰਿਓ।
ਕਿ ਕਦੇ ਗੱਲ ਨਹੀਂ ਬਣਨੀ ਸਾਧ ਸੰਗਤ 'ਚ। ਆਪਣੀ ਮਾਂ ਛੱਡਣੀ ਪੈਂਦੀ ਗੁਰੂ ਦੇ ਪਿਆਰਿਓ। ਅਸ਼ਰਧਾਲੂ, ਅਗਿਆਨੀ ਤੇ ਸ਼ੰਕੇਬਾਜ਼, ਜਿਹੜਾ ਸ਼ੰਕੇਬਾਜ਼ ਸਾਧ ਸੰਗਤ 'ਚ, ਜਿਹਨੂੰ ਸ਼ੰਕੇ ਪੈ ਜਾਂਦੇ ਗੁਰੂ ਦੇ ਪਿਆਰਿਓ। ਮਹਾਤਮਾ ਕਹਿੰਦੇ ਨੇ ਅਗਿਆਨੀ, ਅਸ਼ਰਧਾਲੂ, ਅਵਿਚਾਰੀ। ਚੌਥਾ ਅਵਿਚਾਰੀ, ਕੁਛ ਪੜ੍ਹੀ ਜਾਂਦਾ, ਸੁਣੀ ਜਾਂਦਾ, ਕਦੇ ਵਿਚਾਰ ਹੀ ਨਹੀਂ ਕਰਦਾ, ਟੱਕਰਾਂ ਮਾਰਦਾ ਸਾਧ ਸੰਗਤ 'ਚ, ਬਹਿਸ ਕਰਦਾ ਗੁਰੂ ਦੇ ਪਿਆਰਿਓ। ਵਿਚਾਰ ਨਹੀਂ ਕਰਦਾ ਤੇ ਬਹਿਸ ਕਰਦਾ, ਕਦੇ ਗਿਆਨ ਦੀ ਪ੍ਰਾਪਤੀ ਨਹੀਂ ਹੋਵੇਗੀ ਸਾਧ ਸੰਗਤ 'ਚ। ਸ਼ਾਸਤਰ ਦਾ ਮੱਤ ਹੈ ਗੁਰੂ ਦੇ ਪਿਆਰਿਓ। ਕਹਿੰਦੇ ਨੇ ਸੱਚੇ ਪਾਤਸ਼ਾਹ ਅਸੀਂ ਆਏ ਸਾਂ ਸ਼ੰਕਿਆਂ ਤੇ ਭਰਮਾਂ ਨੂੰ ਨਿਵਰਤ ਕਰਨ ਵਾਸਤੇ, ਸਾਨੂੰ ਸ਼ੰਕੇ ਪੈ ਗਏ ਨੇ। ਇਹ ਕੀ? ਕੋਈ ਤੇ ਕਹਿੰਦਾ ਨਾਮ ਜਪੋ ਤੁਹਾਨੂੰ ਤਾਂ ਮੁਕਤੀ ਮਿਲੇਗੀ, ਕੋਈ ਕਹਿੰਦਾ ਬਾਣੀ ਪੜ੍ਹੋ ਤਾਂ ਮੁਕਤੀ ਮਿਲੇਗੀ, ਕੋਈ ਕਹਿੰਦਾ ਦਾਨ ਕਰੋ ਤਾਂ ਮੁਕਤੀ ਮਿਲੇਗੀ, ਕੋਈ ਕਹਿੰਦਾ ਤੀਰਥ ਯਾਤਰਾ ਕਰੋ ਤਾਂ ਮੁਕਤੀ ਮਿਲੇਗੀ, ਕੋਈ ਕਹਿੰਦਾ ਆ ਕਰਮ ਕਾਂਡ ਕਰੋ, ਯੱਗ ਹਵਨ ਕਰੋ ਤਾਂ ਮੁਕਤੀ ਮਿਲੇਗੀ। ਸੱਚੇ ਪਾਤਸ਼ਾਹ ਅਸੀਂ ਕੀ ਕਰੀਏ? ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬੜੇ ਪ੍ਰਸੰਨ ਹੋਏ ਸਾਧ ਸੰਗਤ 'ਚ। ਕਹਿੰਦੇ ਨੇ ਭਾਈ ਸਿੱਖੋ ਤੁਸਾਂ ਬੜਾ ਵਧੀਆ ਕੀਤਾ ਤੇ ਕਹਿੰਦੇ ਸੱਚੇ ਪਾਤਸ਼ਾਹ ਕਿਰਪਾ ਕਰੋ। ਫਿਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਧ ਸੰਗਤ ਜੀ ਇਸ ਤਰ੍ਹਾਂ ਜਿਹੜਾ ਨਾਮ ਹੈ ਨਾ ਇਹ ਏਕ ਹੈ ਸਾਧ ਸੰਗਤ 'ਚ। ਆਪਣੇ ਹੱਥ ਤੇ ਏਕਾ ਪਾ ਲਓ, ਕਾਗਜ਼ ਲੈ ਕੇ ਏਕਾ ਲਿਖ ਲਓ, ਧਰਤੀ ਤੇ ਏਕਾ ਲਿਖ ਲਓ ਸਾਧ ਸੰਗਤ 'ਚ। ਜਦੋਂ ਤੁਸੀਂ ਏਕਾ ਲਿਖ ਲਿਆ ਨਾ ਤੇ ਇਹਦੇ ਨਾਲ ਕੀ ਕਰੋ, ਨਾਲ ਫਿਰ ਤੁਸੀਂ ਸਤਸੰਗ ਕੀਤੀ ਹੈ, ਇਹਦੇ ਨਾਲ ਇੱਕ ਜ਼ੀਰੋ ਪਾ ਦਿਓ ਸਾਧ ਸੰਗਤ 'ਚ। ਉਹ ਕੀ ਬਣ ਗਿਆ? 10। ਤੁਹਾਡੇ ਤੇ ਕਿਰਪਾ ਹੋਈ ਹੈ ਭਈ ਹੁਣ ਚੱਲੀਏ ਸ੍ਰੀ ਭੈਣੀ ਸਾਹਿਬ ਤੀਰਥ ਯਾਤਰਾ ਕਰੀਏ, ਸਤਿਗੁਰਾਂ ਦਰਸ਼ਨ ਕਰੀਏ। ਤੁਸੀਂ ਜਾ ਗਏ ਹੋ, ਜਾ ਕੇ ਕਰ ਰਹੇ ਹੋ, ਤਾਂ ਉਹਦੇ ਨਾਲ ਇੱਕ ਜ਼ੀਰੋ ਹੋਰ ਪਾ ਦਿਓ ਸਾਧ ਸੰਗਤ 'ਚ। ਉਹ ਕੀ ਹੋਏਗਾ? 100 ਸਾਧ ਸੰਗਤ 'ਚ। ਸਤਿਗੁਰੂ ਨੇ ਕਿਰਪਾ ਕੀਤੀ ਹੈ, ਤੁਹਾਡਾ ਮਨ ਬਣਿਆ ਭਈ ਮੈਂ ਕੋਈ ਪਾਠ ਪੂਜਾ ਕਰਾਵਾਂ ਤੇ ਸਾਧ ਸੰਗਤ ਦੇ ਘਰ ਚਰਨ ਪਵਾਵਾਂ, ਉਹ ਤੁਸੀਂ ਪਾਠ ਪੂਜਾ ਕਰਕੇ ਚਰਨ ਪਰ ਇੱਕ ਜ਼ੀਰੋ ਹੋਰ ਲਿਖ ਦਿਓ। ਉਹ ਕੀ ਬਣ ਗਿਆ ਜੀ? 1000 ਸਾਧ ਸੰਗਤ 'ਚ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਮਝਾਉਣ ਵਾਸਤੇ ਕਹਿੰਦੇ ਸਾਧ ਸੰਗਤ ਜੀ ਹੁਣ ਇਸ ਤਰ੍ਹਾਂ ਗੱਲ ਹੈ, ਉਹ ਏਕਾ ਕੱਢ ਦਿਓ ਅੱਗੋਂ ਤੇ ਪੜੋ। ਇਹਨੂੰ ਕੀ ਪੜੋਗੇ? ਉਹ ਨਾਮ ਰੂਪੀ ਏਕਾ ਕੱਢ ਦਿਓ, ਹੁਣ ਪੜੋ ਕੀ ਪੜੋਗੇ? ਬਸ ਨਾਮ ਇਹ ਚੀਜ਼ ਹੈ ਸਾਧ ਸੰਗਤ 'ਚ। ਨਾਮ ਨੂੰ ਇਹ ਮਾਨਤਾ ਮਿਲੀ ਹੈ ਗੁਰੂ ਦੇ ਪਿਆਰਿਓ। ਇਸ ਵਾਸਤੇ ਸੱਚੇ ਪਾਤਸ਼ਾਹ ਗੁਰੂ ਨਾਨਕ ਸੱਚੇ ਪਾਤਸ਼ਾਹ ਸ਼ਬਦ ਦਾ ਨਾਮ ਦਾ ਅਭਿਆਸ ਕਰਾ ਰਹੇ ਹਨ। ਪੁਨ ਸਿੱਖੀ ਪਰਖਣ ਮਨ ਠਾਨੀ। ਮਨ ਬਣ ਗਿਆ ਸਾਧ ਸੰਗਤ 'ਚ। ਮਨ ਕੀ ਬਣ ਗਿਆ? 70 ਸਾਲ ਤੇ 4 ਮਹੀਨੇ ਤੇ 3 ਦਿਨ ਹੋ ਗਏ ਨੇ ਸੰਸਾਰ ਦੀ ਸੇਵਾ ਕਰਦਿਆਂ ਸਾਧ ਸੰਗਤ 'ਚ। 70 ਸਾਲ ਹੋ ਗਏ ਨੇ ਗੁਰੂ ਦੇ ਪਿਆਰਿਓ। ਤੇ ਵੇਖੀਏ ਵੀ ਕਿਸੇ ਦੇ ਅੰਦਰ ਵੀ ਕੁਛ ਹੈ ਕਿ ਨਹੀਂ ਗੱਲ ਸਾਧ ਸੰਗਤ 'ਚ। ਲੋਕਾਂ ਦੇ ਮਨ ਬਦਲੇ ਨੇ ਕਿ ਨਹੀਂ ਬਦਲੇ ਗੁਰੂ ਦੇ ਪਿਆਰਿਓ? ਇਹ ਗੁਰੂ ਨਾਨਕ ਦੇ ਮਨ ਦੀ ਅਵਸਥਾ ਬਣ ਗਈ। ਸੁਣੋ ਕਥਾ ਜਿਉ ਕਿਆ ਗੁਣ ਖਾਨੀ। ਗ੍ਰੰਥਾਕਾਰ ਕਹਿੰਦੇ ਨੇ ਸੁਣੋ ਪਏ ਸਰੋਤਾ ਜਨੋ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕੀ ਕੀਤਾ। ਬਰਜ ਦੀਨ ਕੈ ਕਰ ਨਰ ਸੋਈ। ਉਹ ਜਿਹੜੇ ਲੰਗਰ ਦੀ ਸੇਵਾਦਾਰ ਸੇਵਾ ਕਰਦੇ ਸਨ, ਸੱਚੇ ਪਾਤਸ਼ਾਹ ਨੂੰ ਬੁਲਾ ਕੇ ਆਖਿਆ ਪਏ ਗੁਰਮੁਖੋ ਅੱਜ ਤੋਂ ਲੈ ਕੇ ਲੰਗਰ ਬੰਦ ਕਰ ਦਿਓ। ਏਕ ਸਮੇਂ ਨਿਸ ਦਿਨ ਮੈਂ ਹੋਈ। 8 ਪਹਿਰਾਂ ਪਰ ਲੰਗਰ ਹੋਇਆ ਕਰੇਗਾ ਸਾਧ ਸੰਗਤ 'ਚ। 2 ਟਾਈਮ ਨਹੀਂ ਹੋਇਆ ਕਰੇਗਾ, ਇੱਕ ਟਾਈਮ ਲੰਗਰ 8 ਪਹਿਰਾ ਲੰਗਰ ਹੋਇਆ ਕਰੇਗਾ। ਸਭ ਸਿੱਖਣ ਸੋ ਬਚਨ ਉਚਾਰਾ। ਨਾਲੇ ਸਾਰੇ ਸਿੱਖਾਂ ਨੂੰ ਉਪਦੇਸ਼ ਕਰ ਦਿੱਤਾ, ਸਾਰਿਆਂ ਨੂੰ ਦੱਸ ਦਿੱਤਾ ਸਾਰਿਆਂ ਨੂੰ। ਅਬ ਲਾਗਨ ਬਾਹੋ ਸੁਖਕਾਰਾ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਇੱਥੇ ਖੇਤੀਬਾੜੀ ਦਾ ਕੰਮ ਕਰਦੇ ਸਨ ਕਰਤਾਰਪੁਰੀ ਸਾਧ ਸੰਗਤ ਜੀ। ਆਖਿਆ ਸਾਧ ਸੰਗਤ ਜੀ ਦਰਸ਼ਨ ਕਰੋ ਤੇ ਖੇਤਾਂ 'ਚ ਕੰਮ ਕਰੋ ਤੇ ਹਲ ਚਲਾਓ ਤੇ 8 ਪੈਰੀ ਲੰਗਰ ਛਕਿਆ ਕਰੋ। ਕਿਰਕੀ ਕਾਰ ਕਰੀਏ ਮਨ ਲਾਈ। ਰੱਜ ਕੇ ਸੇਵਾ ਕਰੋ, ਭਾਵੇਂ ਖੇਤੀਬਾੜੀ ਦਾ ਕਾਰੋਬਾਰ ਕਰੋ, ਸੇਵਾ ਕਰੋ। ਕਿਉਂ? ਇਸ ਗੁਰੂ ਪਰੰਪਰਾ ਦੇ ਵਿੱਚ ਸੇਵਾ ਨੂੰ ਮਾਨਤਾ ਮਿਲੀ ਹੈ ਸਾਧ ਸੰਗਤ 'ਚ। ਮਾਨਤਾ ਮਿਲੀ ਸੇਵਾ ਗੁਰੂ ਦੇ ਪਿਆਰਿਓ। ਕਿਉਂ? ਇਸ ਅੰਤਸ਼ਕਰਨ ਦੇ ਵਿੱਚ ਮਲ ਦੋਸ਼, ਵਿਸ਼ੇਪ ਦੋਸ਼, ਅਵਰਨ ਦੋਸ਼ ਨੇ ਸਾਧ ਸੰਗਤ 'ਚ। ਅਭਿਆਸੀ ਪੁਰਸ਼ਾਂ ਦੇ ਵਾਸਤੇ ਅਰਜ ਕਰਨਾ ਪਿਆ। ਉਹ ਜਿਹੜੇ ਮਲ ਦੋਸ਼, ਵਿਸ਼ੇਪ ਦੋਸ਼, ਅਵਰਨ ਦੋਸ਼ ਨੇ ਉਹ ਕਰਮ ਕਾਂਡ, ਉਪਾਸ਼ਨਾ ਕਾਂਡ ਤੇ ਗਿਆਨ ਕਾਂਡ ਨਾਲ ਉਹ ਠੀਕ ਹੋਣੇ ਨੇ ਸਾਧ ਸੰਗਤ 'ਚ। ਉਹ ਜਿਹੜੇ 3 ਦੋਸ਼ ਨੇ ਨਾ, ਕਰਮ ਕਾਂਡ, ਉਪਾਸ਼ਨਾ ਕਾਂਡ ਤੇ ਗਿਆਨ ਕਾਂਡ, ਇਹਨਾਂ ਤਿੰਨਾਂ ਨਾਲ ਗੁਰੂ ਦੇ ਪਿਆਰੋ ਸ਼ੁੱਧ ਹੋਣੇ ਨੇ ਸਾਧ ਸੰਗਤ 'ਚ। ਜਿਹੜਾ ਮਲ ਦੋਸ਼ ਹੈ, ਮਲ ਦੋਸ਼ ਕਿਹੜਾ ਹੈ? ਜਿਹੜਾ ਮਨ ਦੇ ਵਿੱਚੋਂ ਭੈੜੇ ਫੁਰਨੇ ਤੇ ਵਿਕਾਰ ਫੁਰਨਾ ਸਾਧ ਸੰਗਤ 'ਚ, ਇਹ ਮਲ ਦੋਸ਼ ਹੈ ਗੁਰੂ ਦੇ ਪਿਆਰਿਓ। ਹਰ ਵੇਲੇ ਬੈਠੇ ਮਾਲਾ ਤੇ ਵਿਕਾਰ ਫੁਰੀ ਜਾਣਾ, ਫੇਰਨੇ ਆਪੇ ਮਾਲਾ ਤੇ ਆਹ ਫਲਾਂ ਦਾ ਕੰਮ ਕਿਉਂ ਸੁਧਰ ਗਿਆ, ਉਹ ਮੈਨੂੰ ਅੱਗੇ ਕਿਉਂ ਲੰਘ ਗਿਆ,
ਉਹਦੀ ਤੋਹੀਨ ਕਿਸ ਤਰ੍ਹਾਂ ਕਰਨੀ ਹੈ, ਉਹਨੂੰ ਥੱਲੇ ਕਿਸ ਤਰ੍ਹਾਂ ਲਾਣਾ ਹੈ, ਇਹ ਸੋਚੀ ਜਾਣੇ ਪਏ ਸਾਧ ਸੰਗਤ 'ਚ। ਇਹ ਸੋਚ ਜਾਣੇ ਪਏ ਗੁਰੂ ਦੇ ਪਿਆਰ, ਜਿਹੜਾ ਸਾਡਾ ਕੰਮ ਅੱਜ ਬਣ ਗਿਆ ਵੇ, ਇਹ ਫਲਾਣੀ ਪ੍ਰਧਾਨ ਕੇ ਤੈਨੂੰ ਪ੍ਰਧਾਨ ਤੋਂ ਕਿਸ ਤਰ੍ਹਾਂ ਲਾਣਾ ਸਾਧ ਸੰਗਤ 'ਚ, ਆਹ ਸੂਬਾ ਬਣ ਕੇ ਤੈਨੂੰ ਸੂਬੇ ਤੋਂ ਕਿਸ ਤਰ੍ਹਾਂ ਲਾਣਾ ਹੈ, ਤੇ ਫਿਰਨੇ ਮਾਲਾ ਪਏ ਸਾਧ ਸੰਗਤ 'ਚ। ਇਹਨੂੰ ਮਲ ਦੋਸ਼ ਕਹਿੰਦੇ ਨੇ ਗੁਰੂ ਦੇ ਪਿਆਰਿਓ। ਇਹ ਜਿਹੜਾ ਮਲ ਦੋਸ਼ ਹੈ, ਖਿਮਾ ਰੱਖਿਓ ਜੇ, ਇਹਨੇ ਨਾਮ ਜਪਣਾ ਦੂਰ ਨਹੀਂ ਹੋਣਾ ਸਾਧ ਸੰਗਤ 'ਚ, ਇਹਨੇ ਬਾਣੀ ਪੜ੍ਹਨਾ ਦੂਰ ਨਹੀਂ ਹੋਣਾ। ਜਿੰਨਾ ਚਿਰ ਆਪਾਂ ਆ ਸਾਧ ਸੰਗਤ ਦੇ ਆ ਝਾੜੂ ਨਹੀਂ ਫੇਰਦੇ, ਇਹਨਾਂ ਹੱਥਾਂ ਨਾਲ ਬਰਤਨ ਨਹੀਂ ਮਾਂਜਦੇ, ਇਹ ਬੋਕਰ ਬਹਾਰੀ ਨਹੀਂ ਕਰਦੇ, ਇਸ ਮਲ ਦੋਸ਼ ਨੇ ਕਦੇ ਵੀ ਦੂਰ ਨਹੀਂ ਹੋਣਾ ਸਾਧ ਸੰਗਤ 'ਚ। ਉੱਥੋਂ ਅੱਜ ਆਪਾਂ ਦੂਰ ਹੋ ਗਏ ਗੁਰੂ ਦੇ ਪਿਆਰਿਓ। ਇਹ ਜਿਹੜਾ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ, ਦਸਮੇਸ਼ ਪਾਤਸ਼ਾਹ ਜੀ ਨੇ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਹ ਲੰਗਰ ਦੀ ਸੇਵਾ ਵਾਸਤੇ, ਗੁਰੂ ਘਰ ਦੀ ਕਿਹੜੀ ਇੱਕ ਤਰ੍ਹਾਂ ਦੀ ਸੇਵਾ ਸਾਧ ਸੰਗਤ ਜੀ, ਕਈ ਤਰ੍ਹਾਂ ਦੀ ਸੇਵਾ ਗੁਰੂ ਘਰ ਦੀ। ਇੱਥੇ ਆ ਕੇ ਬੋਕਰ ਬਹਾਰੀ ਫੇਰਨੀ, ਆ ਕੇ ਬਰਤਨ ਸਾਫ਼ ਕਰਨੇ, ਆ ਕੇ ਦਰੀਆਂ ਆ ਬਸਤਰ ਝਾੜਨੇ, ਆ ਕੇ ਸੇਵਾ ਸਾਧ ਸੰਗਤ ਜੀ। ਜਿੰਨਾ ਚਿਰ ਇਹ ਨਹੀਂ ਕਰਦੇ ਉਹਨਾਂ 'ਚ ਮਲ ਦੋਸ਼ ਕਦੇ ਵੀ ਨਹੀਂ ਦੂਰ ਹੋਣਾ ਸਾਧ ਸੰਗਤ 'ਚ। ਇਸ ਵਾਸਤੇ, ਇਸ ਮਲ ਦੋਸ਼ ਨੂੰ ਦੂਰ ਕਰਨ ਦੇ ਵਾਸਤੇ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਕਹਿੰਦੇ ਨੇ ਸਾਧ ਸੰਗਤ ਜੀ ਖੇਤਾਂ 'ਚ ਜਾਇਆ ਕਰੋ ਤੇ ਸੇਵਾ ਕਰਿਆ ਕਰੋ। ਨਿਤੀ ਉਜਲ ਹੋਵੇ ਬੁੱਧ ਸਵਾਈ, ਜਿਉਂ-ਜਿਉਂ ਸੇਵਾ ਕਰੋਗੇ ਤੁਹਾਡੀ ਬੁੱਧ ਉਜਲ ਹੋਵੇਗੀ, ਤੁਹਾਡੀ ਬੁੱਧ ਸਾਫ਼ ਹੋਵੇਗੀ। ਗੁਰੂ ਨਾਨਕ ਜਦੋਂ ਦਸਮੇਸ਼ ਪਾਤਸ਼ਾਹ ਗਏ ਨਾ, ਭਾਈ ਮਣੀ ਸਿੰਘ ਗਿਆ ਤੇ ਕਹਿੰਦੇ ਨੇ ਮਣੀਆਂ ਉਹ ਜਿਉਂ-ਜਿਉਂ ਭਾਂਡੇ ਮਾਂਜੇ ਤੇਰਾ ਮਨ ਮਾਂਜਿਆ ਜਾਵੇਗਾ ਸਾਧ ਸੰਗਤ 'ਚ, ਤੇਰਾ ਮਨ ਵੀ ਮਾਂਜਿਆ ਜਾਏਗਾ ਗੁਰੂ ਦੇ ਪਿਆਰਿਓ। ਇਸ ਵਾਸਤੇ ਸੱਚੇ ਪਾਤਸ਼ਾਹ ਕਿਰਪਾ ਨਾਲ ਸਾਰੇ ਸਿੱਖ ਸੰਗਤਾਂ ਸੇਵਾ ਕਰਦੀਆਂ ਹਨ। ਅਸ ਕੈ ਸਭ ਕੋ ਲੀਨ ਸਗਾਰੇ, ਗੁਰੂ ਨਾਨਕ ਸੱਚੇ ਪਾਤਸ਼ਾਹ ਆਪ ਖੇਤਾਂ ਜਾ ਕੇ ਸੰਗ ਲੈ ਲੈਂਦੇ ਹਨ ਸਿੱਖ ਸੰਗਤਾਂ ਨੂੰ। ਸੇਵਕ ਰਾਵੇ ਬਾਸੁਰ ਸਾਰੇ, ਸਾਰੀ ਦਿਹਾੜੀ ਫਿਰ ਸੇਵਾ ਖੇਤਾਂ 'ਚ ਕਰਦੇ ਹਨ, ਖੇਤੀਬਾੜੀ ਦੇ ਵਿੱਚ। ਜਬ ਦੇਖੀ ਸਿੱਖਣ ਅਸ ਚਾਲੇ, ਜਦੋਂ ਸਿੱਖਾਂ ਨੇ ਵੇਖਿਆ ਨਾ ਵੀ ਸਾਰੀ ਦਿਹਾੜੀ ਕੰਮ ਕਰਨਾ ਤੇ ਖਾਣ ਨੂੰ ਇੱਕ ਵਾਰੀ ਮਿਲਣਾ ਸਾਧ ਸੰਗਤ 'ਚ, ਕਿਵੇਂ ਕੰਮ ਚੱਲੇ ਗੁਰੂ ਦੇ ਪਿਆਰਿਓ। ਜਦੋਂ ਸਿੱਖਾਂ ਨੇ ਵੇਖਿਆ, ਚਲੇ ਤਬੇ ਨਿਜ ਸਦਨ ਸੰਭਾਲੇ, ਕਹਿੰਦੇ ਆਏ ਤੇ ਇੱਥੇ ਸੁਖ ਲੈਣ ਵਾਸਤੇ ਹੈ ਕਿ ਇੱਥੇ ਭੁੱਖੇ ਮਰਨ ਵਾਸਤੇ ਆਏ ਆ ਸਾਧ ਸੰਗਤ 'ਚ। ਹੌਲੀ ਹੌਲੀ ਤੁਰਦੇ ਤੁਰਦੇ ਆਪਣੇ ਘਰਾਂ ਨੂੰ ਖਿਸਕਣਾ ਸ਼ੁਰੂ ਕਰ ਦਿੱਤਾ। ਕੀਤਕ ਚਤਰ 5 ਦਿਨ ਰਹੇ, ਕੋਈ ਐਸੇ ਸਨ ਜਿਹੜੇ ਕਿ 1 2 4 5 7 ਦਿਨ ਉੱਥੇ ਰਹੇ। ਕਰੀ ਕਿਰਤ ਕਛ ਭੂਖੇ ਦਹੇ, ਸਜਣੋ ਇਹ ਕਿਰਤ ਭੁੱਖਿਆ ਹੁੰਦੀ ਤੇ ਨਹੀਂ ਨਾ ਸਾਧ ਸੰਗਤ 'ਚ। ਆਕਣਾ ਹਾਰਡ ਵਰਕ ਕਰਨਾ, ਇਹ ਨਹੀਂ ਖੇਤੀ ਦਾ ਕੰਮ ਕਰਨਾ ਤੇ 8 ਪੈਰੀ ਲੰਗਰ ਛਕਣਾ। ਉਹ ਕੁਛ ਜਿਹੜੇ ਸਨ ਨਾ ਉਹ ਉਦੋਂ ਹੀ ਤੁਰ ਕੇ, ਕੁਛ 5-7 ਦਿਨ ਉੱਥੇ ਰਹੇ ਤੇ ਉਹ ਕੰਮ ਸਖਤ ਕਰਦੇ ਨੇ, ਗੁਰੂ ਨਾਨਕ ਆਪ ਕਰਦੇ ਨੇ ਪਏ ਨਾਲ, ਤੇ ਬੜਾ ਔਖਾ ਕੰਮ ਚੱਲਦਾ ਪਿਆ। ਨਾਂਗਲ ਤਿਆਗੇ ਲੀਨ ਬਿਦਾਈ, ਉਹ ਵੀ ਕਹਿੰਦੇ ਨੇ ਚੱਲੀਏ ਸਾਧ ਸੰਗਤ 'ਚ। ਉਹ ਜਿਹੜੇ 5-7 ਰਹਿ ਗਏ ਨਾ, 5-7 ਦਿਨ ਰਹੇ, ਉਹ ਵੀ ਕਹਿੰਦੇ ਚੱਲੀਏ ਘਰਾਂ ਨੂੰ। ਇਹ ਤੇ ਗੁਰੂ ਘਰ ਤੇ ਆਸ਼ ਕੁੱਟਣ ਵਾਸਤੇ ਹੈ, ਕਿਉਂਕਿ ਐਸ਼ ਕੁੱਟਨੇ ਜਾ ਕੇ ਸਾਧ ਸੰਗਤ 'ਚ। ਇਹ ਤੇ ਪਤਾ ਨਹੀਂ ਭਈ ਇਹ ਪੂਜਾ ਦਾ ਧਨ ਖਾਂਦੇ ਆ ਪਈ ਸਾਧ ਸੰਗਤ 'ਚ, ਇਹ ਤੇ ਪਤਾ ਨਹੀਂ ਸਾਨੂੰ ਅੱਜ ਕੱਲ੍ਹ ਗੁਰੂ ਦੇ ਪਿਆਰਿਓ। ਭਾਵ ਇਹ ਹੈ ਭਈ ਉੱਥੇ ਚੱਲੀਏ, ਚੱਲ ਕੇ ਆਰਾਮ ਕਰਾਂਗੇ, ਐਸ਼ ਕਰਾਂਗੇ ਤੇ ਚੱਲ ਕੇ ਸੁੱਖ ਦਾ ਜੀਵਨ ਬਤੀਤ ਕਰਾਂਗੇ। ਉਹ ਜਿਹੜੇ ਇਸ ਤਰ੍ਹਾਂ ਦੇ ਸਨ ਉਹ ਆਪ ਆਪਣੇ ਘਰਾਂ ਨੂੰ ਚੱਲ ਪਏ। ਗਏ ਧਾਮ ਨਿਜ ਕਾਰ ਕਮਾਈ, ਸਾਰੇ ਛੱਡ ਕੇ ਆਪ ਆਪਣੇ ਘਰਾਂ ਨੂੰ ਚਲੇ ਗਏ। ਅਰਧਕ ਗਏ ਅਰਧ ਜਬ ਰਹੇ, ਜਦੋਂ ਅੱਧੇ ਕੁ ਚਲੇ ਗਏ ਤੇ ਅੱਧੇ ਕੁ ਰਹਿ ਗਏ। ਸਬਨ ਸੁਨਾਏ ਪ੍ਰਭੂ ਬਚ ਕਹੇ, ਅਕਾਲ ਪੁਰਖ ਗੁਰੂ ਨਾਨਕ ਸੱਚੇ ਪਾਤਸ਼ਾਹ ਸਾਰਿਆਂ ਨੂੰ ਮੁਖਾਤਬ ਕਰਕੇ ਕਹਿਣ ਲੱਗਾ, ਦੂਜੇ ਦਿਵਸ ਅਸਨ ਕੋ ਕਰੀਏ। ਲੋ ਸਾਧ ਸੰਗਤ ਦੂਜੇ ਦਿਨ ਲੰਗਰ ਹੋਇਆ ਕਰੇਗਾ ਸਾਧ ਸੰਗਤ 'ਚ। ਹੁਣ ਦੂਜੇ ਦਿਨ ਲੰਗਰ ਹੋਇਆ ਕਰੇਗਾ, ਜਿਵੇਂ ਅੱਗੇ 8 ਪਹਿਰਾ ਲੰਗਰ ਉਹ ਬੰਦ, ਹੁਣ ਦੂਜੇ ਦਿਨ ਲੰਗਰ ਹੋਇਆ ਕਰੇਗਾ। ਬਾਹੂ ਖੇਤ ਸੰਕਟ ਪਰ ਹਰੀਏ, ਪਰ ਸਾਰੀ ਜਿਹੜੀ ਸੇਵਾ ਕਰੋ ਖੇਤਾਂ 'ਚ ਸਾਧ ਸੰਗਤ 'ਚ, ਲੰਗਰ ਵਾਲੇ ਲੰਗਰ 'ਚ ਸੇਵਾ ਕਰਨ, ਖੇਤਾਂ ਵਾਲੇ ਖੇਤਾਂ 'ਚ ਸੇਵਾ ਕਰਨ, ਤੇ ਲੰਗਰ ਜਿਹੜਾ ਉਹ ਹੁਣ ਦੂਜੇ ਦਿਨ ਪੱਕਿਆ ਕਰੇਗਾ। ਦਿਵਸ ਦਸਨ ਲਓ ਐਸ ਬਿਤਾਏ, ਇਸੇ ਤਰ੍ਹਾਂ ਜਦੋਂ ਕਰਦਿਆਂ ਹੁੰਦਿਆਂ 10 ਦਿਨ ਬਤੀਤ ਹੋ ਗਏ। ਛੁਦਾ ਕਿਰਤ ਤੇ ਔਰ ਕਲਾ, ਭੁੱਖ ਬੜੀ ਬੁਰੀ ਚੀਜ਼ ਹੈ ਸਾਧ ਸੰਗਤ 'ਚ। ਤੋ ਲੱਗੇ ਸਿੱਖ ਭੁੱਖ ਨਾ ਮੈਂ ਗੁਰੂ ਦੇ ਪੈਰ ਤਕਲੀਫ ਹੋਣ। ਕਹਿੰਦੇ ਨੇ ਵਾਸਦੇਵ ਜ਼ਰਾ ਕਸ਼ਟੰ ਨਿਰਤਨ ਜੀਵਨੰ ਪੁੱਤਰ ਸੋਕੰ ਮਹਾ ਕਸ਼ਟੰ ਕਸ਼ਟਾਂਗ ਤੋਨੁ ਛੁਦਾ। ਸੰਸਾਰ ਤੇ 4 ਬੜੇ ਵੱਡੇ ਦੁੱਖ ਨੇ ਸਾਧ ਸੰਗਤ ਜੀ। ਵਾਸਦੇਵ ਜ਼ਰਾ ਕਸ਼ਟੰ, ਪਹਿਲਾ ਦੁੱਖ ਹੈ ਸੰਸਾਰ ਤੇ ਬੁਢੇਪੇ ਦਾ ਜਿਉਣਾ ਸਾਧ ਸੰਗਤ 'ਚ। ਇਹ ਪਹਿਲਾ ਦੁੱਖ ਹੈ ਸੰਸਾਰ ਤੇ ਗੁਰੂ ਦੇ ਪਿਆਰੇ। ਹੋਰ ਤੇ ਕਿਤੇ ਆਪਣੇ ਅੰਗ ਹੀ ਨਹੀਂ ਸਾਥ ਦਿੰਦੇ ਸਾਧ ਸੰਗਤ 'ਚ, ਆਪਣਾ ਸਰੀਰ ਹੀ ਸਾਥ ਦਿੰਦਾ ਗੁਰੂ ਦੇ ਪਿਆਰਿਓ। ਦੁਨੀਆ ਦੇ ਵਿੱਚ ਜਿਤਨੇ ਵੀ ਫਲ ਨੇ
ਉਹ ਜਦੋਂ ਪੱਕਦੇ ਨੇ ਉਹਨਾਂ ਦੇ ਵਿੱਚ ਮਿਠਾਸ ਭਰੀ ਜਾਂਦੀ ਹੈ, ਪਰ ਮਨੁੱਖ ਐਸਾ ਫਲ ਹੈ ਜਦੋਂ ਪੱਕਦੇ ਚ ਕੁੜੱਤਣ ਭਰੀ ਜਾਂਦੀ ਹੈ। ਸਾਧ ਸੰਗਤ ਚ ਕਿਤਨਾ ਕਮਾਲ ਹੈ ਗੁਰੂ ਦੇ ਪਿਆਰੇ, ਜਦੋਂ ਇਹ ਪੱਕਦੇ ਨੇ ਚ ਕੁੜੱਤਣ ਭਰੀ ਜਾਂਦੀ ਹੈ, ਭੈੜਾ ਲੱਗਦਾ ਸਾਧ ਸੰਗਤ ਚ। ਕਹਿੰਦੇ ਨੇ ਵਾਸਤਵ ਸਰਾ ਕਸ਼ਟ ਨੰ, ਬੁਢੇਪੇ ਦਾ ਜਿਉਣਾ ਬੜਾ ਔਖਾ ਗੁਰੂ ਦੇ ਪਿਆਰਿਓ। ਦੂਸਰਾ ਨਿਰਤਨ ਜੀਵਨ, ਦੂਸਰਾ ਗਰੀਬੀ ਦਾ ਜਿਉਣਾ ਸਾਧ ਸੰਗਤ ਚ ਬੜਾ ਔਖਾ ਗੁਰੂ ਦੇ ਪਿਆਰਿਓ। ਕਹਿੰਦੇ ਨੇ ਪੁੱਤਰ ਸੋਕ ਮਹਾ ਕਸ਼ਟ ਨੰ, ਸੰਸਾਰ ਚ ਪੁੱਤਰ ਜਨਮੇ ਜਿੱਡੀ ਖੁਸ਼ੀ ਕੋਈ ਨਹੀਂ ਤੇ ਮਰੇ ਜਿੱਡਾ ਦੁੱਖ ਕੋਈ ਨਹੀਂ ਸਾਧ ਸੰਗਤ ਚ। ਸਿਰ ਦੁੱਖਾਂ ਦੇ ਦੁੱਖ ਹੈ, ਭੁੱਖ ਦਾ ਦੁੱਖ ਗੁਰੂ ਦੇ ਪਿਆਰਿਓ। ਇਹ 4 ਦੁੱਖ ਸ਼ਾਸਤਰਕਾਰ ਨੇ ਵੱਡੇ ਲਿਖੇ ਨੇ ਗੁਰੂ ਦੇ ਪਿਆਰਿਓ। ਤੇ ਗੁਰਬਾਣੀ ਤੁਸੀਂ ਪੜ੍ਹਦੇ ਹੋ ਨਾ, ਭੁੱਖ ਹੈ ਭਗਤ ਨਾ ਕੀਜੈ, ਇਹ ਮਾਲਾ ਆਪਣੀ ਲੀਜੈ। ਸਾਧ ਸੰਗਤ ਚ ਜਦੋਂ ਲੱਗੇ ਨਾ ਸਿੱਖ ਭੁੱਖ ਨਾ ਮਰਨ, ਗਏ ਸਜਨ ਕੋ ਸਿੱਖ ਬੋ ਰਹੇ ਅਲਪ ਤੇ ਥਾਏ। ਛੱਡੋ ਇਹੋ ਜਿਹੇ ਗੁਰੂ ਦਾ ਖੜਾ ਸਾਧ ਸੰਗਤ ਚ। ਇਹਦਾ ਕੀ ਕਰਨਾ ਹੈ? ਭਾਵ ਬਹੁਤ ਚਲੇ ਗਏ ਤੇ ਕੁਛ ਗਿਣਤੀ ਦੇ ਸਿੱਖ ਰਹਿ ਗਏ। ਚਤਰ ਪੈਰ ਲਾਂਘਣ ਲਿਏ ਕਿਰਤ ਸਵੈਰ ਕਮਾਏ। ਭਾਵ 4 ਪੈਰ ਸਾਧ ਸੰਗਤ ਜੀ ਇਸੇ ਤਰ੍ਹਾਂ ਖੇਤਾਂ 'ਚ ਕੰਮ ਕਰਦੇ ਹਨ। ਮਰਨ ਧਾਰ ਔਰ ਬੈਠੇ ਸੋਏ। ਜਿਨ੍ਹਾਂ ਨੇ ਸਮਝਿਆ ਭਈ ਗੁਰੂ ਦੇ ਦਰ ਤੇ ਇੱਥੇ ਮਰਾਂਗੇ ਹੁਣ ਸਾਧ ਸੰਗਤ 'ਚ, ਇੱਥੇ ਤੁਹਾਨੂੰ ਲਿਆਉਣਾ ਗੁਰੂ ਦੇ ਪਿਆਰਿਓ। ਮੈਂ ਪਤਾ ਕਿਉਂ ਸ਼ੁਰੂ ਕੀਤਾ ਹੈ? ਹੁਣ ਸਾਡੇ ਤੇ ਗੱਲ ਵਰਤਦੀ ਜੀ ਪਈ ਸਾਧ ਸੰਗਤ 'ਚ। ਪਤਾ ਨਹੀਂ ਕਿਹੜਾ ਗੁਰੂ ਜਗਜੀਤ ਸਿੰਘ ਨੇ ਕੌਤਕ ਰਾਜ ਦਿੱਤਾ ਗੁਰੂ ਦੇ ਪਿਆਰੇ। ਤਗੜੇ ਹੋ ਜਾਓ ਜੇ ਸਾਧ ਸੰਗਤ 'ਚ, ਤਗੜੇ ਹੋ ਗੁਰੂ ਦੇ ਪਿਆਰੇ। ਇਹ ਸਾਡੀ ਨੀਂਹ ਇੱਥੋਂ ਰੱਖੀ ਗਈ ਹੈ, ਜਿਹੜੇ ਗੁਰੂ ਪਰਮ ਨੀਂਹ ਹੈ ਇੱਥੋਂ ਰੱਖੀ ਗਈ ਹੈ ਸਾਧ ਸੰਗਤ 'ਚ। ਵੇਖਣ ਦੀ ਪਰਖਣ ਕੇ ਆਪਾਂ ਨੇ ਨਿੰਦਿਆ 'ਚ ਨਹੀਂ ਪੈਣਾ ਸਾਧ ਸੰਗਤ 'ਚ। ਬਚੇ ਹੋ ਜੇ ਗੁਰੂ ਦੇ ਪਿਆਰੇ। ਕੋਈ ਪਤਾ ਨਹੀਂ ਜੀ ਉਧਰ ਜ਼ਿਆਦਾ ਕੀ ਕਰਦਾ ਪਿਆ। ਇਸ ਵਾਸਤੇ ਮੈਂ ਇਸ ਪ੍ਰਕਾਰ ਨੂੰ ਸ਼ੁਰੂ ਕੀਤਾ। ਸਾਧ ਤਗੜੇ ਹੋਈਏ ਆਪਾਂ ਗੁਰੂ ਦੇ ਪਿਆਰੇ। ਕਹਿੰਦੇ ਨੇ ਗੁਰੂ ਜਿਨ੍ਹਾਂ ਦੀ ਬਾਹਾਂ ਪਕੜਦੇ ਹੱਥੀਂ ਪਾਰ ਵਗਾਉਂਦੇ, ਇੱਕ ਅੰਦਰੋਂ ਝੂਠੇ ਤੇ ਬਾਹਰੋਂ ਸੱਚੇ ਤੇ ਦੁਨੀਆ ਲੁੱਟ ਖਾਂਦੇ। ਗੁਰੂ ਸਿੱਖਾਂ ਦਾਸੇ ਗੁਰੂ ਦੇ ਕੋਈ ਭੇਦ ਸਿਆਣੇ ਪਾਉਂਦੇ। ਕਾਲੀ ਦਾਸਾ ਧਨ ਸਿੱਖ ਨੇ ਜਿਹੜੇ ਸਿਰ ਨਹੀਂ ਪਿਛਾਂ ਹਟਾਉਂਦੇ ਸਾਧ ਸੰਗਤ 'ਚ। ਉਹ ਬੈਠੇ ਨੇ ਗੁਰੂ ਦੇ ਪਿਆਰੇ, ਕਹਿੰਦੇ ਮਰ ਜਾਵਾਂਗੇ ਕੋਈ ਬਾਤ ਨਹੀਂ, ਜਾਣਾ ਨਹੀਂ ਛੱਡਣਾ ਨਹੀਂ ਗੁਰੂ ਦਾ ਦਰ। ਜਾਏ ਨ ਕਬਹੂ ਕੈਸੇ ਹੋਏ, ਜੋ ਹੋਏਗਾ ਕੋਈ ਬਾਤ ਨਹੀਂ, ਜਾਣਾ ਨਹੀਂ, ਆਪਣੇ ਘਰ ਨੂੰ ਰਹਾਂਗੇ ਗੁਰੂ ਦੇ ਦਰ ਦੇ ਉੱਤੇ, ਗੁਰੂ ਦੇ ਘਰ ਦੇ ਵਿੱਚ। ਅਤ ਸ਼ੁੱਧਤਾ ਪੁਨ ਕਿਰਤ ਕਮਾਵਹਿ। ਭੁੱਖੇ ਰਹਿੰਦੇ ਨੇ ਤੇ ਬੜੀ ਮਿਹਨਤ ਮਜ਼ਦੂਰੀ ਕਰਦੇ ਨੇ ਪਏ, ਬੜੀ ਸਖਤ ਸਾਧ ਸੰਗੀ ਭਾਵ ਸੇਵਾ ਕਰਦੇ ਨੇ ਪਏ। ਦੁਰਬਲ ਪਏ ਨ ਸਜਨ ਸਿਦਾਵੈ। ਕਮਜ਼ੋਰ ਤੇ ਹੋ ਗਏ ਪਰ ਘਰਾਂ ਨੂੰ ਨਹੀਂ ਜਾਂਦੇ ਪਏ ਸਾਧ ਸੰਗਤ 'ਚ, ਕਿਉਂਕਿ ਅੰਨ ਦੇ ਵਿੱਚ ਸਿਰਫ ਪ੍ਰਾਣ ਨੇ ਸਾਧ ਸੰਗਤ 'ਚ। ਭਾਵ ਕਮਜ਼ੋਰ ਹੋ ਗਏ, ਦੁਰਬਲ ਹੋ ਗਏ, ਪਰ ਘਰ ਜਾਣ ਦਾ ਨਾਂ ਨਹੀਂ ਲੈਂਦੇ ਪਏ। ਕਹਿੰਦੇ ਨੇ ਸਤਿਗੁਰ ਦੀ ਸ਼ਰਨ ਵਿੱਚ ਰਵਾਂਗੇ। ਪ੍ਰਭ ਤਵ ਪਨਿਓ ਅਸਨ ਨਿਤ ਕੀਜੈ। ਜਦੋਂ ਚੁਗੇਗਾ ਤੇ ਗੁਰੂ ਨੇ ਸੱਚ ਪਾ ਕਹਿੰਦੇ ਨੇ ਹੁਣ 2 ਟਾਈਮ ਲੰਗਰ ਹੋਇਆ ਕਰੇਗਾ ਸਾਧ ਸੰਗਤ 'ਚ। ਜਦੋਂ ਚੁਗੇਗਾ ਨਾ ਵਿੱਚੋਂ ਕੁਛ, ਕਹਿੰਦੇ ਨੇ ਹੁਣ 2 ਟਾਈਮ ਸਾਧ ਸੰਗਤ ਲੰਗਰ ਕਰਦੇ ਹੋ। ਜਾਂ ਤੇ ਸਿੱਖ ਤ੍ਰਿਪਤਾ ਸੁਖ ਦੀਜੈ। ਸੱਜਣੋ ਗੁਰੂ ਨੂੰ ਕਿਤੇ ਸ਼ਾਂਤੀ ਆਉਂਦੀ ਸਾਧ ਸੰਗਤ 'ਚ। ਇਤਿਹਾਸ ਕਹਿੰਦਾ ਪਿਆ ਸਾਧ ਸੰਗਤ 'ਚ, ਜੀਵਨ ਨਗਰ ਦਾ ਇਲਾਕਾ, ਪਾਕਿਸਤਾਨ ਦੀ ਵੰਡ ਸੀ, ਹਿੰਦੁਸਤਾਨ ਤੇ ਪਾਕਿਸਤਾਨ ਦੀ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜਿਹੜੇ ਸੀ ਮਾੜੇ, ਕਮਜ਼ੋਰ, ਨਿਥਾਵੇਂ, ਇਹ ਕੋਈ ਕੰਮਕਾਰ ਨਹੀਂ ਸੀ, ਉਹਨਾਂ ਰੁਜ਼ਗਾਰ ਜ਼ਮੀਨਾਂ ਦੇਣ ਡਏ ਸਨ। ਇੱਕ ਦਿਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਪ੍ਰਸਾਦਾ ਛਕਦੇ ਪਏ ਸਾਧ ਸੰਗਤ 'ਚ। ਕਿਸੇ ਸਿੱਖ ਨੇ ਆ ਕੇ ਆਖ ਦਿੱਤਾ ਵੀ ਸੱਚੇ ਪਾਤਸ਼ਾਹ ਫਲਾਣੇ ਦੇ ਬੱਚੇ ਰੋਣ ਡਏ ਨੇ। ਕਹਿੰਦੇ ਨੇ ਕਿਉਂ? ਅਖੇ ਉਹਦੇ ਘਰ 'ਚ ਪ੍ਰਸਾਦਾ ਹੀ ਨਹੀਂ ਪੱਕਿਆ ਅੱਜ। ਉੱਥੇ ਹੀ ਛੱਡਦਾ। ਕਹਿੰਦੇ ਮੈਂ ਖਾ ਕੇ ਕੀ ਕਰਾਂਗੇ ਸਾਧ ਸੰਗਤ 'ਚ? ਮੇਰਾ ਖਾਦਾ ਕੀ ਕਰੇ? ਮੇਰੇ ਸਿੱਖ ਭੁੱਖੇ ਨੇ ਤੇ ਗੁਰੂ ਦੇ ਪਿਆਰੇ, ਮੇਰਾ ਖਾਦਾ ਕੀ ਕਰੇਗਾ? ਸਿੱਖ ਤੇ ਸੁਖੀ ਵਸਦਾ ਸਾਧ ਸੰਗਤ 'ਚ, ਗੁਰੂ ਸੁਖੀ ਵਸਦਾ ਕਿਤੇ ਸਾਧ ਸੰਗਤ ਜੀ। ਗੱਲ ਬਣੇ ਕਿਤੇ ਗੁਰੂ ਦੇ ਪਿਆਰੇ ਹੋ। ਭਾਵ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ 2 ਟਾਈਮ ਸਾਧ ਲੰਗਰ ਕਰਿਆ ਕਰੋ ਤੇ 2 ਟਾਈਮ ਸਾਸੋਂ ਰਜਾ ਕੇ ਛਕਾਇਆ ਕਰੋ। ਹੁਣ ਲਗਿਓ ਨਿਤ ਬੌਰ ਆਹਾਰਾ। ਲੋ ਸਾਧ ਸੰਗਤ ਜੀ ਬੜੇ ਪਿਆਰ ਸਤਿਕਾਰ ਨਾਲ ਜੋ ਸੇਵਾਦਾਰ ਸਨ ਲੰਗੇ ਲੰਗਰ ਦੀ ਸੇਵਾ ਕਰਨ। ਤ੍ਰਿਪਤਾ ਖਾਏ ਸਰੋਚ ਅਨਸਾਰਾ। ਜਿੰਨੀ ਜਿੰਨੀ ਕਿਸੇ ਦੀ ਇੱਛਾ ਹੈ, ਜਿੰਨੀ ਜਿੰਨੀ ਕਿਸੇ ਦੀ ਰਜਾ ਹੈ, ਆਪਣੇ ਤ੍ਰਿਪਤ ਕੇ ਮਨ ਪ੍ਰਸੰਨ ਕਰਕੇ ਪੇਟ ਭਰ ਕੇ ਖਾਣ ਲੱਗੇ। ਸਗਰੇ ਦਿਵਸ ਕਰੇ ਕਿਰਹਕਾਰੀ। ਲੰਗਰ ਛਕਦੇ ਨੇ, ਸਾਰੀ ਦਿਹਾੜੀ ਜਾਂ ਖੇਤਾਂ 'ਚ ਕੰਮ ਕਰਦੇ ਨੇ। ਪਏ ਖੇਤ ਹਰਿਆਵਲ ਪਾਰੀ। ਮਿਹਨਤ ਕਰਦੇ ਨੇ, ਸਾਰੇ ਖੇਤਾਂ 'ਚ ਹਰਿਆਵਲ ਹੋ ਗਈ ਸਾਧ ਸੰਗਤ 'ਚ। ਹਰਿਆਵਲ ਗੁਰੂ ਦੇ ਪਿਆਰਿਓ ਇੰਨੀ ਮਿਹਨਤ ਕਰਦੇ ਨੇ ਪਏ। ਜਿਸ ਤਰ੍ਹਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਇਹ ਸਿੱਖਾਂ ਦੀ
ਸਿੱਖੀ ਦੀ ਪਰਖ ਕਰਨਗੇ। ਖੇਤ ਜਿਹੜੇ ਨੇ ਉਹ ਹਰਿਆਵਲ ਹੋ ਗਏ ਨੇ। ਅੱਗੇ ਜਿਵੇਂ ਗ੍ਰੰਥਕਾਰ ਜੀ ਬਿਆਨ ਕਰਨਗੇ, ਆਪ ਅੱਗੇ ਸਰਵਣ ਕਰੋਗੇ। ਦਾਸ ਇੱਥੇ ਬਖਸ਼ਿਸ਼ ਮੰਗਦਾ, ਆਈ ਸਾਸ ਨੂੰ ਜੀ ਆਇਆਂ ਆਖਦਾ। ਸਭ ਮਾਈ ਭਾਈ ਇਸ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਗੱਜ ਕੇ ਆਖੋ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ। ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ। हे अच्युत हे पार ब्रह्म अबनासी अगना, हे पूरन हे सर्ब मैं दुख भंजन गुणता, हे संगी हे निरंकार, हे निर्गुण सबटे, हे गोविंद हे गुण निदान, जाके सदा बभे, हे अपरंपर हर हरे है पी होवन, हे संतां कै सदा संग निधाराया दार, हे ठाकुर हूँ दास रो मैं निर्गुण गुण नहीं को, नानक दीजै नाम दान राखो हिया परो, याही कुल ते प्रगट होए ताही कुल को नाम, पुन द्वादश गुरिंड को मेरी है प्रणाम।